दोस्तों स्वागत है जी एक बार फिर ਤੁਹਾਡੇ ਆਪਣੇ YouTube ਚੈਨਲ ਪੀਐਸਟੈਟ ਸਟੱਡੀ ਨੋਟਸ ਦੇ ਉੱਪਰ ਜੀ। ਸੋ ਪੀਐਸਟੈਟ 2 ਦੀ ਪ੍ਰੈਪਰੇਸ਼ਨ ਕਰ ਰਹੇ ਵਿਦਿਆਰਥੀ ਜਿਨ੍ਹਾਂ ਦਾ ਕੰਬੀਨੇਸ਼ਨ ਐਸਐਸਟੀ ਹੈ ਜੀ, ਉਹਨਾਂ ਵਾਸਤੇ ਅੱਜ ਅਸੀਂ ਸੰਡੇ ਮੌਕ ਟੈਸਟ 3 ਲੈ ਕੇ ਆਏ। ਜਿਸ ਤੋਂ ਪਹਿਲਾਂ 2 ਮੌਕ ਟੈਸਟ ਟੌਪਿਕ ਵਾਈਜ਼ ਬਹੁਤ ਸਾਰੀਆਂ ਵੀਡੀਓ ਬਿਲਕੁਲ ਸਿਲੇਬਸ ਦੇ ਅਕੋਰਡਿੰਗ ਅਪਲੋਡ ਨੇ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਪੀਐਸਟੈਟ ਦੀ ਉਹ ਕਰ ਸਕਦੇ ਹੋ ਜੀ। ਔਰ ਐਸਐਸਟੀ ਤੋਂ ਇਲਾਵਾ ਤੁਹਾਨੂੰ ਸੀਡੀਪੀ ਦੀਆਂ, ਪੰਜਾਬੀ ਪੈਡਾਗੋਜੀ ਦੀਆਂ ਔਰ ਪੀਐਸਟੈਟ 1 ਦੇ ਲਈ ਈਵੀਐਸ ਦੀਆਂ ਵੀਡੀਓ ਵੀ ਮਿਲ ਜਾਣਗੀਆਂ। ਔਰ ਹੁਣ ਤੱਕ ਸਾਰੀਆਂ ਵੀਡੀਓ ਜਿੰਨੀਆਂ ਵੀ ਅਪਲੋਡ ਕੀਤੀਆਂ ਨੇ ਉਹਦੀ ਪਲੇਲਿਸਟ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜੂਗਾ ਜੀ। ਸਟਾਰਟ ਕਰਦੇ ਹਾਂ ਜੀ ਅੱਜ ਦਾ ਮੌਕ ਟੈਸਟ। ਫਸਟ ਕੁਐਸਚਨ ਹੈ ਜੀ, ਸਭ ਤੋਂ ਪਹਿਲਾਂ ਸਥਾਈ ਬੰਦੋਬਸਤ ਪਰਮਾਨੈਂਟ ਸੈਟਲਮੈਂਟ ਜਿਹੜੀ ਕੀਤੀ ਗਈ ਸੀ ਭੂਮੀ ਦੀ, ਕਿੱਥੇ ਸ਼ੁਰੂ ਕੀਤਾ ਗਿਆ ਜੀ। ਆਪਸ਼ਨ ਏ ਹੈ ਜੀ ਬਿਹਾਰ, ਬੀ ਹੈ ਜੀ ਬੰਗਾਲ, ਸੀ ਹੈ ਉੜੀਸਾ, ਡੀ ਹੈ ਜੀ ਮੱਧ ਪ੍ਰਦੇਸ਼। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਬੰਗਾਲ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਕਾਰਨਵਾਲਿਸ ਇਸ ਨੂੰ ਸ਼ੁਰੂ ਕਰਨ ਵਾਲਾ ਸੀ ਔਰ 1793 ਈਸਵੀ ਦੇ ਵਿੱਚ ਸਥਾਈ ਬੰਦੋਬਸਤ ਜਿਹੜਾ ਭੂਮੀ ਦਾ ਉਹ ਸ਼ੁਰੂ ਕੀਤਾ ਗਿਆ ਸੀ ਜੀ। ਬਾਅਦ ਦੇ ਵਿੱਚ ਇਹ ਜਿਹੜਾ ਸਥਾਈ ਬੰਦੋਬਸਤ ਹੈ ਬਿਹਾਰ, ਉੜੀਸਾ, ਬਨਾਰਸ ਅਤੇ ਉੱਤਰੀ ਭਾਰਤ ਦੇ ਵਿੱਚ ਵੀ ਲਾਗੂ ਕੀਤਾ ਗਿਆ ਸੀ। ਔਰ ਇਸ ਪ੍ਰਬੰਧ ਦੇ ਅਨੁਸਾਰ ਜਿਹੜਾ ਜ਼ਿਮੀਂਦਾਰਾਂ ਨੂੰ ਹਮੇਸ਼ਾ ਦੇ ਲਈ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ ਸੀ ਜੀ। ਔਰ ਉਹਨਾਂ ਦੁਆਰਾ ਸਰਕਾਰ ਨੂੰ ਦਿੱਤਾ ਜਾਣ ਵਾਲਾ ਲਗਾਨ ਜਿਹੜਾ ਨਿਸ਼ਚਿਤ ਕਰ ਦਿੱਤਾ ਗਿਆ ਸੀ, ਜੋ ਜ਼ਿਮੀਂਦਾਰ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਉਂਦੇ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 2, ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਲਈ ਕਦੋਂ ਅਤੇ ਕਿਹੜਾ ਐਕਟ ਪਾਸ ਕੀਤਾ ਗਿਆ। ਆਪਸ਼ਨ ਏ ਹੈ ਜੀ ਚਾਰਟਰ ਐਕਟ 1833, ਬੀ ਹੈ ਪਿਟਸ ਇੰਡੀਆ ਐਕਟ 1784 ਜੀ, ਸੀ ਹੈ ਜੀ ਰੈਗੂਲੇਟਿੰਗ ਐਕਟ 1773 ਈਸਵੀ ਔਰ ਡੀ ਹੈ ਜੀ ਚਾਰਟਰ ਐਕਟ 1853 ਈਸਵੀ ਵਿੱਚ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਰੈਗੂਲੇਟਿੰਗ ਐਕਟ 1773 ਈਸਵੀ ਦੇ ਵਿੱਚ ਪਾਸ ਕੀਤਾ ਗਿਆ ਸੀ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੇ ਜਾਂਚ ਦੇ ਲਈ ਜੀ। ਔਰ ਇਸ ਐਕਟ ਦੇ ਅਨੁਸਾਰ ਜਿਹੜਾ ਬੰਗਾਲ ਵਿੱਚ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਕੌਂਸਲ ਸਥਾਪਿਤ ਕੀਤੀ ਗਈ ਸੀ, ਜਿਸ ਨੂੰ ਸ਼ਾਸਨ ਪ੍ਰਬੰਧ ਦੇ ਸਾਰੇ ਮਾਮਲਿਆਂ ਦੇ ਫੈਸਲੇ ਜਿਹੜੇ ਬਹੁਸੰਮਤੀ ਦੇ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ ਜੀ। ਔਰ ਇਸ ਤੋਂ ਇਲਾਵਾ ਜਿਹੜਾ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਜਿਹੜਾ ਹੈ ਰੈਗੂਲੇਟਿੰਗ ਐਕਟ ਕਦੋਂ ਪਾਸ ਕੀਤਾ ਗਿਆ, 1773। ਇਸੇ ਤਰ੍ਹਾਂ ਕੁਐਸਚਨ ਆ ਸਕਦਾ ਪਿਟਸ ਇੰਡੀਆ ਐਕਟ ਕਦੋਂ ਪਾਸ ਕੀਤਾ ਗਿਆ, 1784 ਈਸਵੀ ਦੇ ਵਿੱਚ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 3 ਜੀ, 1739 ਈਸਵੀ ਵਿੱਚ ਅਵਧ ਨੂੰ ਸੁਤੰਤਰ ਰਾਜ ਕਿਸ ਨੇ ਬਣਾਇਆ ਸੀ। ਆਪਸ਼ਨ ਏ ਜੀ ਹੈਦਰ ਅਲੀ, ਬੀ ਹੈ ਜੀ ਸਿਆਦਤ ਖਾਂ, ਸੀ ਹੈ ਜੀ ਨਿਜ਼ਾਮੁਲ ਮੁਲਕ, ਡੀ ਹੈ ਜੀ ਟੀਪੂ ਸੁਲਤਾਨ ਜੀ। ਸਹੀ ਆਨਸਰ ਹੈ ਜੀ ਆਪਸ਼ਨ ਬੀ ਜੀ, ਸਾਦਤ ਖਾਂ ਨੇ ਜਿਹੜਾ ਹੈ 1739 ਈਸਵੀ ਦੇ ਵਿੱਚ ਅਵਧ ਨੂੰ ਸੁਤੰਤਰ ਰਾਜ ਬਣਾਇਆ ਸੀ ਜੀ। ਔਰ ਇਸ ਨੂੰ ਜਿਹੜਾ ਹੈ 1856 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਜਿਹੜਾ ਹੈ ਕੁਸ਼ਾਸਨ ਦਾ ਦੋਸ਼ ਲਾ ਕੇ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ, ਜਿਸ ਕਾਰਨ ਜਿਹੜਾ ਇੱਕ ਕਾਰਨ ਬਣਿਆ ਸੀ ਅਵਧ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਮਿਲਾਉਣਾ ਜਿਹੜਾ ਹੈ 1857 ਈਸਵੀ ਦੇ ਵਿਦਰੋਹ ਦਾ ਜੀ। ਕੁਐਸਚਨ ਨੰਬਰ 4 ਹੈ ਜੀ, 18ਵੀਂ ਸਦੀ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਤੋਂ ਪਿੱਛੋਂ ਭਾਰਤ ਵਿੱਚ ਕਿਹੜੇ ਕਾਲ ਦਾ ਆਰੰਭ ਹੋਇਆ। ਆਪਸ਼ਨ ਏ ਜੀ ਆਧੁਨਿਕ ਕਾਲ, ਬੀ ਹੈ ਜੀ ਪ੍ਰਾਚੀਨ ਕਾਲ, ਸੀ ਹੈ ਜੀ ਮੱਧ ਕਾਲ, ਆਪਸ਼ਨ ਡੀ ਹੈ ਜੀ ਉਪਰੋਕਤ ਵਿੱਚੋਂ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਏ, ਆਧੁਨਿਕ ਕਾਲ ਦਾ ਜਿਹੜਾ ਆਰੰਭ ਹੋਇਆ ਸੀ ਜੀ ਔਰੰਗਜ਼ੇਬ ਦੀ ਮੌਤ ਤੋਂ ਬਾਅਦ। ਔਰ ਜੇਕਰ ਪੁੱਛਿਆ ਜਾਏ ਕਿ ਕਿਸ ਸਦੀ ਤੋਂ ਆਰੰਭ ਹੋਇਆ ਸੀ ਤਾਂ 18ਵੀਂ ਸਦੀ ਤੋਂ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5 ਜੀ, ਮੱਧ ਪ੍ਰਦੇਸ਼ ਦੇ ਕਿਹੜੇ ਕਬੀਲੇ ਜਾਂ ਕਬਾਇਲੀਆਂ ਨੇ ਅੰਗਰੇਜ਼ਾਂ ਵਿਰੁੱਧ ਜਿਹੜਾ ਵਿਦਰੋਹ ਕੀਤਾ। ਆਪਸ਼ਨ ਹੈ ਜੀ ਗੌਂਡ, ਬੀ ਹੈ ਜੀ ਮੁੰਡਾ, ਸੀ ਹੈ ਜੀ ਭੀਲ, ਡੀ ਹੈ ਜੀ ਖਾਸਿਸ। ਤਾਂ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਈ ਡੀ ਜੀ, ਸੀ ਜੀ, ਮੱਧ ਪ੍ਰਦੇਸ਼ ਦੇ ਭੀਲ ਕਬੀਲੇ ਨੇ ਅੰਗਰੇਜ਼ਾਂ ਦੇ ਵਿਰੁੱਧ ਜਿਹੜਾ ਵਿਦਰੋਹ ਕੀਤਾ ਸੀ ਜੀ। ਜੇਕਰ ਆਪਾਂ ਗੱਲ ਕਰੀਏ ਮੁੰਡਾ, ਤਾਂ ਮੁੰਡਾ ਜਿਹੜਾ ਹੈ ਇਹ ਬਿਹਾਰ ਦਾ ਕਬੀਲਾ ਸੀ, ਇਸਨੇ ਵੀ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਜੀ। ਔਰ ਗੋਂਡ ਜਿਹੜਾ ਹੈ ਉੜੀਸਾ ਦੇ, ਸੋ ਉੜੀਸਾ ਦਾ ਕਬੀਲਾ ਸੀ ਜੀ ਇਹ। ਔਰ ਖਾਸਿਸ ਜਿਹੜਾ ਇਹ ਮੇਘਾਲਿਆ ਦਾ ਕਬੀਲਾ ਸੀ ਜੀ। ਸੋ ਇੱਦਾਂ ਦੇ ਕੁਐਸਚਨ ਆ ਸਕਦੇ ਕਿ ਜਿਹੜਾ ਜਿੱਥੇ ਇੱਥੇ ਨਾਮ ਚੇਂਜ ਕਰਕੇ ਕਿ ਬਿਹਾਰ ਦੇ ਕਿਹੜੇ ਕਬੀਲੇ ਨੇ, ਤਾਂ ਬਿਹਾਰ ਦੇ ਮੁੰਡਾ ਕਬੀਲੇ ਨੇ। ਔਰ ਇਸੇ ਤਰ੍ਹਾਂ ਕੁਐਸਚਨ ਆ ਸਕਦਾ ਹੈ ਉੜੀਸਾ ਦੇ ਕਿਹੜੇ ਕਬੀਲੇ ਨੇ, ਉੜੀਸਾ ਦੇ ਗੋਂਡ ਕਬੀਲੇ ਨੇ। ਔਰ ਮੇਘਾਲਿਆ ਦੇ ਖਸਿਸ ਕਬੀਲੇ ਨੇ ਜਿਹੜਾ ਹੈ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਕੀਤਾ ਜੀ। ਕੁਐਸਚਨ ਨੰਬਰ ਅੱਗੇ 6 ਹੈ ਜੀ, ਕਿਹੜੇ ਗਵਰਨਰ ਜਨਰਲ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕੀਤਾ। ਆਪਸ਼ਨ ਹੈ ਜੀ ਲਾਰਡ ਡਲਹੌਜੀ, ਬੀ ਹੈ ਜੀ ਲਾਰਡ ਵਿਲੀਅਮ ਬੈਟਿਕ, ਸੀ ਹੈ ਜੀ ਲਾਰਡ ਹਾਰਡਿੰਗ, ਡੀ ਹੈ ਜੀ ਲਾਰਡ ਕਾਰਨਵਾਲਿਸ। ਸਹੀ ਆਨਸਰ ਹੋਏਗਾ ਜੀ ਆਪਸ਼ਨ ਡੀ ਜੀ, ਲਾਰਡ ਕਾਰਨਵਾਲਿਸ ਨੇ ਜਿਹੜਾ ਹੈ ਪੁਲਿਸ ਵਿਭਾਗ ਦੇ ਵਿੱਚ ਸੁਧਾਰ ਕੀਤਾ ਸੀ। ਕੁਐਸਚਨ ਨੰਬਰ ਅੱਗੇ 7 ਹੈ ਜੀ,
ਮੁਗਲ ਬਾਦਸ਼ਾਹ ਬਾਬਰ ਦਾ ਸਮਕਾਲੀ ਵਿਜੇਨਗਰ ਦਾ ਸ਼ਾਸਕ ਕੌਣ ਸੀ? ਆਪਸ਼ਨ ਹੈ ਜੀ ਸਦਾਸ਼ਿਵ, ਬੀ ਹੈ ਜੀ ਕ੍ਰਿਸ਼ਨ ਦੇਵ ਰਾਏ, ਸੀ ਹੈ ਹਰੀਹਰ ਬੁੱਕਾ, ਆਪਸ਼ਨ ਡੀ ਹੈ ਜੀ ਦੇਵ ਰਾਏ ਦੂਜਾ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ ਕ੍ਰਿਸ਼ਨ ਦੇਵ ਰਾਏ ਜਿਹੜਾ ਹੈ ਮੁਗਲ ਬਾਦਸ਼ਾਹ ਬਾਬਰ ਦਾ ਸਮਕਾਲੀ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 8। ਸਿੰਧੂ ਘਾਟੀ ਸੱਭਿਅਤਾ ਦਾ ਸਥਾਨ ਜਿਹੜਾ ਹੈ ਲੋਥਲ ਕਿਸ ਨਦੀ ਉੱਪਰ ਸਥਿਤ ਹੈ? ਆਪਸ਼ਨ ਹੈ ਜੀ ਭਾਬਰ ਨਦੀ, ਬੀ ਹੈ ਸਤਲੁਜ, ਸੀ ਹੈ ਜੀ ਹਿਡਨ, ਡੀ ਹੈ ਜੀ ਭੋਗਵਾ ਨਦੀ। ਸਹੀ ਆਨਸਰ ਆਏਗਾ ਜੀ ਆਪਸ਼ਨ ਡੀ ਭੋਗਵਾ ਨਦੀ 'ਤੇ ਹੈ ਜੀ ਸਥਿਤ। ਔਰ ਇਹ ਜਿਹੜਾ ਲੋਥਲ ਹੈ ਜੇਕਰ ਪੁੱਛਿਆ ਜਾਏ ਕਿ ਕਿਸ ਰਾਜ ਦੇ ਵਿੱਚ ਹੈ ਤਾਂ ਗੁਜਰਾਤ ਦੇ ਵਿੱਚ ਹੈ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 9। ਭੇਡਾਂ ਦੀ ਤਰ੍ਹਾਂ ਲੰਬੀ ਜ਼ਿੰਦਗੀ ਜੀਣ ਨਾਲੋਂ ਚੰਗਾ ਹੈ ਸ਼ੇਰ ਦੀ ਤਰ੍ਹਾਂ ਇੱਕ ਦਿਨ ਜਿਉਣਾ ਕਥਨ ਕਿਸ ਦਾ ਹੈ? ਆਪਸ਼ਨ ਹੈ ਜੀ ਸੁਭਾਸ਼ ਚੰਦਰ ਬੋਸ ਦਾ, ਬੀ ਹੈ ਟੀਪੂ ਸੁਲਤਾਨ ਦਾ, ਸੀ ਹੈ ਭਗਤ ਸਿੰਘ ਦਾ, ਡੀ ਹੈ ਜੀ ਲਾਲਾ ਲਾਜਪਤ ਰਾਏ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਜੀ ਟੀਪੂ ਸੁਲਤਾਨ, ਜੋ ਕਿ ਹੈਦਰ ਅਲੀ ਦੀ ਮੌਤ ਤੋਂ ਬਾਅਦ ਮੇਰੇ ਖਿਆਲ 1782 ਈਸਵੀ ਦੇ ਵਿੱਚ ਜਾਂ 84 ਦੇ ਵਿੱਚ ਜੀ ਮੈਸੂਰ ਦਾ ਸ਼ਾਸਕ ਬਣਿਆ ਸੀ। ਔਰ 1799 ਈਸਵੀ ਦੇ ਵਿੱਚ ਉਸ ਦੀ ਜਿਹੜੀ ਹੈ ਸ੍ਰੀਰੰਗਾਪਟਮ ਦੇ ਵਿੱਚ ਜਿਹੜੀ ਹੈ ਮੌਤ ਹੋ ਗਈ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 10। ਰਾਜਪੂਤ ਯੁੱਧ ਖਤਮ ਕਿਸ ਸਾਲ ਹੋਇਆ ਜੀ? ਯੁੱਧ ਨਹੀਂ ਜੀ ਯੁੱਗ। ਆਪਸ਼ਨ ਹੈ ਜੀ 1188, ਬੀ ਹੈ ਜੀ 1191, ਸੀ ਹੈ 1192, ਡੀ ਹੈ ਜੀ 1194। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 1192 ਈਸਵੀ ਦੇ ਵਿੱਚ ਜਦੋਂ ਮੁਹੰਮਦ ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਤਰਾਇਨ ਦੀ ਦੂਜੀ ਲੜਾਈ ਦੇ ਵਿੱਚ ਹਰਾ ਦਿੱਤਾ ਸੀ ਤਾਂ ਰਾਜਪੂਤ ਜਿਹੜਾ ਯੁੱਗ ਹੈ ਉਹ ਖਤਮ ਹੋ ਗਿਆ ਸੀ ਜੀ, ਉਸ ਦਾ ਅੰਤ ਹੋ ਗਿਆ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11। ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀ? ਆਪਸ਼ਨ ਹੈ ਜੀ ਲੁੰਬਿਨੀ, ਬੀ ਹੈ ਬੋਧ ਗਇਆ, ਸੀ ਹੈ ਜੀ ਸਾਰਨਾਥ, ਡੀ ਹੈ ਜੀ ਕੁਸ਼ੀਨਗਰ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ ਸਾਰਨਾਥ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਮਹਾਤਮਾ ਬੁੱਧ ਜੀ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 12। 40 ਸਰਦਾਰਾਂ ਜਾਂ ਚਾਲੀਸਾ ਦੀ ਸ਼ੁਰੂਆਤ ਕਿਸ ਸ਼ਾਸਕ ਨੇ ਕੀਤੀ? ਆਪਸ਼ਨ ਹੈ ਜੀ ਅਲਾਉਦੀਨ ਖਿਲਜੀ, ਬੀ ਹੈ ਬਲਬਨ, ਸੀ ਹੈ ਜੀ ਇਲਤੁਤਮਿਸ਼, ਡੀ ਹੈ ਜੀ ਬਾਬਰ ਨੇ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ। ਸੋ ਇਲਤੁਤਮਿਸ਼ ਨੇ ਜਿਹੜਾ ਹੈ ਆਪਣੇ ਸ਼ਾਸਨ ਦੀ ਦੇਖਭਾਲ ਦੇ ਲਈ ਕੰਮਾਂ ਕਾਰਾਂ ਨੂੰ ਚਲਾਉਣ ਦੇ ਲਈ 40 ਸਰਦਾਰਾਂ ਦੀ ਨਿਯੁਕਤੀ ਕੀਤੀ ਸੀ ਜਿਸ ਨੂੰ ਚਾਲੀਸਾ ਕਿਹਾ ਜਾਂਦਾ ਸੀ। ਕਈ ਵਾਰੀ ਕੁਐਸਚਨ ਆਉਂਦਾ ਚਾਲੀਸਾ ਕੀ ਸੀ? 40 ਸਰਦਾਰਾਂ ਦੀ ਇੱਕ ਟੋਲੀ ਸੀ ਜੋ ਇਲਤੁਤਮਿਸ਼ ਦੇ ਸਮੇਂ ਸ਼ਾਸਨ ਪ੍ਰਬੰਧ ਦੇਖਦੀ ਸੀ। ਇਲਤੁਤਮਿਸ਼ ਨੇ ਜਿਹੜੀ ਇਸ ਦੀ ਸ਼ੁਰੂਆਤ ਕੀਤੀ ਸੀ ਔਰ ਇਸ ਨੂੰ ਖਤਮ ਕੀਤਾ ਸੀ ਬਲਬਨ ਨੇ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 13। ਕਿਸ ਗਵਰਨਰ ਜਨਰਲ ਦੇ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਬਣੀ? ਆਪਸ਼ਨ ਹੈ ਜੀ ਲਾਰਡ ਰਿਪਨ, ਡੀ ਹੈ ਜੀ ਲਾਰਡ ਡਫਰਿਨ, ਸੀ ਹੈ ਵਿਲੀਅਮ ਬੈਟਿਕ, ਡੀ ਹੈ ਜੀ ਲਾਰਡ ਕਰਜ਼ਨ। ਸਹੀ ਆਨਸਰ ਆਏਗਾ ਜੀ ਆਪਸ਼ਨ ਬੀ ਲਾਰਡ ਡਿਫਰਨ ਦੇ ਸਮੇਂ ਜਿਹੜਾ ਹੈ ਭਾਰਤੀ ਰਾਸ਼ਟਰੀ ਕਾਂਗਰਸ ਜਿਹੜੀ ਹੈ ਬਣੀ ਸੀ ਜੀ। ਔਰ ਆਪਾਂ ਨੂੰ ਪਤਾ 1885 ਈਸਵੀ ਦੇ ਵਿੱਚ ਜਿਹਦੀ ਸਥਾਪਨਾ ਹੈ ਇੱਕ ਅੰਗਰੇਜ਼ ਅਧਿਕਾਰੀ ਏ.ਓ. ਹਿਊਮ ਨੇ ਕੀਤੀ ਸੀ। ਔਰ ਲਾਰਡ ਡਿਫਰਨ ਜਿਹੜਾ ਹੈ 1884 ਤੋਂ ਲੈ ਕੇ 88 ਤੱਕ ਜਿਹੜਾ ਹੈ ਗਵਰਨਰ ਜਨਰਲ ਰਿਹਾ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 14। ਅਕਬਰ ਨੇ ਜਜ਼ੀਆ ਕਰ ਖਤਮ ਕੀਤਾ? ਆਪਸ਼ਨ ਹੈ ਜੀ 1562, ਬੀ ਹੈ 1563, ਸੀ ਹੈ 1564, ਡੀ ਹੈ ਜੀ 1571 ਈਸਵੀ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ 1564 ਈਸਵੀ ਦੇ ਵਿੱਚ ਜਿਹੜਾ ਅਕਬਰ ਨੇ ਜਜ਼ੀਆ ਕਰ ਖਤਮ ਕਰ ਦਿੱਤਾ ਸੀ ਜੀ। ਕੁਐਸਚਨ ਨੰਬਰ 15 ਹੈ ਜੀ ਸਿੰਧੂ ਘਾਟੀ ਸੱਭਿਅਤਾ ਦੇ ਕਿਹੜੇ ਕੇਂਦਰ ਤੋਂ ਤਾਂਬੇ ਦੀਆਂ ਮੋਹਰਾਂ ਪ੍ਰਾਪਤ ਹੋਈਆਂ ਹਨ? ਆਪਸ਼ਨ ਹੈ ਜੀ ਮੋਹਨਜੋਦੜੋ, ਬੀ ਹੈ ਜੀ ਲੋਥਲ, ਸੀ ਹੈ ਧੌਲਾਵੀਰਾ, ਡੀ ਆਪਸ਼ਨ ਹੈ ਜੀ ਹੜੱਪਾ। ਸਹੀ ਆਨਸਰ ਹੈ ਜੀ ਆਪਸ਼ਨ ਡੀ ਹੜੱਪਾ ਤੋਂ ਜਿਹੜੀਆਂ ਤਾਂਬੇ ਦੀਆਂ ਮੋਹਰਾਂ ਪ੍ਰਾਪਤ ਹੋਈਆਂ ਨੇ ਜੀ। ਕੁਐਸਚਨ ਨੰਬਰ 16 ਹੈ ਜੀ ਕਿਹੜੇ ਬਾਦਸ਼ਾਹ ਦੀ ਮੌਤ ਪਿੱਛੋਂ ਅੰਗਰੇਜ਼ਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨਾ ਸੀ? ਆਪਸ਼ਨ ਹੈ ਜੀ ਨਾਨਾ ਸਾਹਿਬ, ਬੀ ਹੈ ਲక్ష్ਮੀ ਬਾਈ, ਸੀ ਹੈ ਤਾਤੀਆ ਟੋਪੇ, ਡੀ ਹੈ ਜੀ ਬਹਾਦਰ ਸ਼ਾਹ ਜ਼ਫਰ। ਸਹੀ ਆਨਸਰ ਆਪਸ਼ਨ ਡੀ ਹੈ ਜੀ ਬਹਾਦਰ ਸ਼ਾਹ ਜ਼ਫਰ, ਜਿਸ ਨੂੰ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਜਿਹੜਾ ਹੈ ਕੈਦ ਕਰਕੇ ਰੰਗੂਨ ਭੇਜ ਦਿੱਤਾ ਗਿਆ ਸੀ ਜਿੱਥੇ ਉਸ ਦੀ ਮੌਤ ਹੋਈ ਸੀ। ਔਰ ਉਸ ਦੀ ਮੌਤ ਪਿੱਛੋਂ ਅੰਗਰੇਜ਼ਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨਾ ਸੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 17। 20ਵੀਂ ਸਦੀ ਦੇ ਆਰੰਭ ਵਿੱਚ ਨੀਲ ਵਿਦਰੋਹ ਦੇ ਕਿਸਾਨਾਂ ਦਾ ਸਮਰਥਨ ਕਿਸ ਨੇ ਕੀਤਾ? ਆਪਸ਼ਨ ਹੈ ਜੀ ਪੰਡਤ ਜੇਲ ਨਹਿਰੂ, ਬੀ ਹੈ ਮੋਹਨਦਾਸ ਕਰਮਚੰਦ ਗਾਂਧੀ, ਸੀ ਹੈ ਜੀ ਲਾਲਾ ਲਾਜਪਤ ਰਾਏ, ਡੀ ਹੈ ਸਰਦਾਰ ਵੱਲਭ ਭਾਈ ਪਟੇਲ। ਸਹੀ ਆਨਸਰ ਹੈ ਜੀ ਆਪਸ਼ਨ ਬੀ ਮੋਹਨਦਾਸ ਕਰਮਚੰਦ ਗਾਂਧੀ। ਮਹਾਤਮਾ ਗਾਂਧੀ ਜੀ ਨੇ ਨੀਲ ਵਿਦਰੋਹ ਦਾ ਸਮਰਥਨ ਕੀਤਾ ਸੀ ਜੀ। ਕੁਐਸਚਨ ਨੰਬਰ 18 ਜੀ ਅੱਗੇ ਮੇਰਠ ਵਿੱਚ ਕਿੰਨੇ ਸੈਨਿਕਾਂ ਨੇ ਚਰਬੀ ਵਾਲੇ ਕਾਰਤੂਸ ਚਲਾਉਣ ਤੋਂ ਇਨਕਾਰ ਕੀਤਾ ਸੀ? ਆਪਸ਼ਨ ਹੈ ਜੀ 65, ਬੀ ਹੈ ਜੀ 75, ਸੀ ਹੈ ਜੀ 85, ਡੀ ਹੈ ਜੀ 95। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ 85 ਸੈਨਿਕਾਂ ਨੇ ਜੀ।
ਸੋ ਜਿਵੇਂ ਆਪਾਂ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਚਰਬੀ ਵਾਲੇ ਕਾਰਤੂਸ ਤਤਕਾਲੀਨ ਕਾਰਨ ਰਹੇ ਨੇ। 1857 ਈਸਵੀ ਦੇ ਵਿਦਰੋਹ ਦੇ ਬਹੁਤ ਸਾਰੇ ਰਾਜਨੀਤਿਕ, ਆਰਥਿਕ, ਸਮਾਜਿਕ ਕਾਰਨ ਸੀ, ਪਰ ਤਤਕਾਲੀਨ ਕਾਰਨ ਵੀ ਹੁੰਦਾ ਕੋਈ ਨਾ ਕੋਈ, ਜਿੱਥੋਂ ਇੱਕਦਮ ਜਿਹੜਾ ਵਿਦਰੋਹ ਸ਼ੁਰੂ ਹੋ ਗਿਆ ਉਹ ਸੀ ਜੀ ਚਰਬੀ ਵਾਲੇ ਕਾਰਤੂਸ। ਸੋ 1857 ਈਸਵੀ ਵਿੱਚ ਅੰਗਰੇਜ਼ੀ ਸਰਕਾਰ ਨੇ ਰਾਈਫਲਾਂ ਦੀ ਇੱਕ ਨਵੀਂ ਕਿਸਮ ਦੇ ਕਾਰਤੂਸਾਂ ਦੀ ਜਿਹੜੀ ਵਰਤੋਂ ਸ਼ੁਰੂ ਕੀਤੀ ਸੀ, ਜਿਨ੍ਹਾਂ ਨੂੰ ਚਲਾਉਣ ਤੋਂ ਪਹਿਲਾਂ ਮੂੰਹ ਨਾਲ ਖੋਲ੍ਹਣਾ ਪੈਂਦਾ ਸੀ, ਔਰ ਕਾਰਤੂਸਾਂ ਦੇ ਉੱਪਰ ਜਿਹੜਾ ਗਾਂ ਅਤੇ ਸੂਰ ਦੀ ਜਿਹੜੀ ਚਰਬੀ ਲੱਗੀ ਹੁੰਦੀ ਸੀ। ਔਰ ਹਿੰਦੂ ਅਤੇ ਮੁਸਲਮਾਨ ਇਹਨਾਂ ਕਾਰਤੂਸਾਂ ਨੂੰ ਨਹੀਂ ਚਲਾਉਣਾ ਚਾਹੁੰਦੇ ਸਨ, ਕਿਉਂਕਿ ਅਜਿਹਾ ਕਰਨ ਨਾਲ ਉਹਨਾਂ ਨੂੰ ਧਾਰਮਿਕ ਭਾਵਨਾਵਾਂ ਜਿਹੜੀ ਉਹਨਾਂ ਨੂੰ ਠੇਸ ਪਹੁੰਚਦੀ ਸੀ ਜੀ। ਇਸ ਤਰ੍ਹਾਂ ਕਾਰਤੂਸਾਂ ਨੂੰ ਜਿਹੜਾ ਚਲਾਉਣ ਦਾ ਇਨਕਾਰ ਕਰਨ ਵਾਲਾ ਜੇਕਰ ਪਹਿਲਾ ਸੈਨਿਕ ਪੁੱਛਿਆ ਜਾਏ ਤਾਂ ਮੰਗਲ ਪਾਂਡੇ ਸੀ ਜੀ। ਉਸਨੇ ਜਿਹੜਾ 29 ਮਾਰਚ 1857 ਈਸਵੀ ਨੂੰ ਇਹਨਾਂ ਕਾਰਤੂਸਾਂ ਦੀ ਵਰਤੋਂ ਕਰਨ ਤੋਂ ਜਿਹੜੀ ਨਾਂਹ ਕਰ ਦਿੱਤੀ ਸੀ, ਅਤੇ ਇੱਕ ਅੰਗਰੇਜ਼ ਅਫਸਰ ਦੀ ਹੱਤਿਆ ਵੀ ਕਰ ਦਿੱਤੀ ਸੀ। ਉੱਥੋਂ ਹੀ ਫਿਰ ਜਿਹੜਾ ਹੈ ਇਹ 1857 ਈਸਵੀ ਦਾ ਵਿਦਰੋਹ ਹੈ ਉਹ ਆਰੰਭ ਹੋ ਗਿਆ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 19, ਰਾਇਤਵਾੜੀ ਪ੍ਰਬੰਧ ਕਿਸ ਅੰਗਰੇਜ਼ ਅਫਸਰ ਨੇ ਲਾਗੂ ਕੀਤਾ ਸੀ? ਆਪਸ਼ਨ ਹੈ ਜੀ ਲਾਰਡ ਵਾਰਨ ਹੇਸਟਿੰਗ ਨੇ, ਬੀ ਹੈ ਜੀ ਲਾਰਡ ਕਾਰਨਵਾਲਿਸ, ਸੀ ਹੈ ਜੀ ਲਾਰਡ ਵਿਲੀਅਮ ਬੈਟਿਕ, ਡੀ ਹੈ ਜੀ ਥਾਮਸ ਮੁਨਰੋ ਨੇ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਥਾਮਸ ਮੁਨਰੋ ਨੇ ਜਿਹੜਾ ਹੈ ਸ਼ੁਰੂ ਕੀਤਾ ਸੀ ਰਾਇਤਵਾੜੀ ਪ੍ਰਬੰਧ। ਕਦੋਂ ਸ਼ੁਰੂ ਕੀਤਾ ਸੀ? 1820 ਦੇ ਵਿੱਚ। ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਸਥਾਈ ਬੰਦੋਬਸਤ ਦੇ ਜਿਹੜੇ ਦੋਸ਼ ਸਨ ਉਹਨਾਂ ਨੂੰ ਦੂਰ ਕਰਨ ਦੇ ਲਈ ਇਹ ਜਿਹੜਾ ਲਾਗੂ ਕੀਤਾ ਗਿਆ ਸੀ। ਪਹਿਲਾਂ ਜਿਹੜਾ ਹੈ ਸਥਾਈ ਬੰਦੋਬਸਤ ਸੀ ਉਹਦੇ 'ਚ ਜ਼ਿਮੀਂਦਾਰਾਂ ਨੂੰ ਭੂਮੀ ਦੇ ਮਾਲਕ ਬਣਾਇਆ ਗਿਆ ਸੀ, ਪਰ ਜਿਹੜਾ ਰਾਇਤਵਾੜੀ ਪ੍ਰਬੰਧ ਸੀ ਇਸ ਪ੍ਰਬੰਧ ਦੇ ਅਨੁਸਾਰ ਜਿਹੜਾ ਸਰਕਾਰ ਨੇ ਕਿਸਾਨਾਂ ਤੋਂ ਸਿੱਧਾ ਭੂਮੀ ਲਗਾਨ ਲੈਣ ਦਾ ਜਿਹੜਾ ਫੈਸਲਾ ਉਹ ਕਰ ਲਿਆ ਸੀ, ਔਰ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਗਿਆ ਸੀ। ਔਰ ਇਸ ਪ੍ਰਬੰਧ ਦੇ ਅਨੁਸਾਰ ਭੂਮੀ ਲਗਾਨ ਦੀ ਰਕਮ ਹਰੇਕ 20 ਤੋਂ 30 ਸਾਲਾਂ ਪਿੱਛੋਂ ਜਿਹੜੀ ਹੈ ਵਧਾ ਦਿੱਤੀ ਜਾਂਦੀ ਸੀ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 20, ਹੰਟਰ ਕਮਿਸ਼ਨ ਦਾ ਗਠਨ ਕੀਤਾ ਗਿਆ। ਆਪਸ਼ਨ ਹੈ ਜੀ ਸਾਂਡਰਸ ਹੱਤਿਆਕਾਂਡ ਦੀ ਜਾਂਚ ਲਈ, ਬੀ ਹੈ ਕੋਕਰੀ ਡਕੈਤੀ ਕਾਂਡ ਲਈ, ਸੀ ਹੈ ਜਲਿਆਂਵਾਲੇ ਬਾਗ ਕਾਂਡ ਦੀ ਜਾਂਚ ਲਈ, ਡੀ ਹੈ ਜੀ ਲਾਲਾ ਲਾਜਪਤ ਰਾਏ ਦੀ ਮੌਤ ਦੀ ਜਾਂਚ ਲਈ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਜਲਿਆਂਵਾਲਾ ਹੱਤਿਆਕਾਂਡ ਹੋਇਆ ਸੀ ਜੀ 13 ਅਪ੍ਰੈਲ 1919 ਨੂੰ। ਬਹੁਤ ਇੰਪੋਰਟੈਂਟ ਹੈ, ਹਰੇਕ ਸਾਲ ਇਹਦੇ 'ਚੋਂ ਇੱਕ ਕੁਐਸਚਨ ਆਉਂਦਾ ਹੈ ਜੀ। ਜਲਿਆਂਵਾਲੇ ਸਾਲ ਜਿਹੜਾ ਬਾਗ ਹੈ ਇਸ ਦੇ ਨਾਲ ਰਿਲੇਟਡ। ਸੋ ਡਿਟੇਲ ਦੇ ਵਿੱਚ ਆਪਾਂ ਡਿਸਕਸ ਕੀਤਾ ਹੋਇਆ, ਜਿਹੜਾ ਅੰਦੋਲਨਾਂ ਵਾਲਾ ਆਪਾਂ ਟੋਪਿਕ ਕੀਤਾ ਜੀ ਉਸ ਦੇ ਵਿੱਚ। ਔਰ ਹੰਟਰ ਕਮਿਸ਼ਨ ਦਾ ਗਠਨ ਹੋਇਆ ਸੀ ਇਸ ਹੱਤਿਆਕਾਂਡ ਦੇ ਜਾਂਚ ਦੇ ਲਈ। ਅਗਲਾ ਕੁਐਸਚਨ ਹੈ ਜੀ ਆਪਣੇ ਜਿਹੜੇ ਜੋਗਰਾਫੀ ਦੇ। ਸੋ ਪੇਪਰ ਪੈਟਰਨ ਵਾਂਗੂ ਹੀ ਜਿਹੜੇ ਇਹਦੇ ਕੁਐਸਚਨ ਹੋਣਗੇ, ਹਿਸਟਰੀ, ਜੋਗਰਾਫੀ ਔਰ ਸਿਵਿਕਸ ਤੇ ਜੀ। ਜੋਗਰਾਫੀ ਦਾ ਫਸਟ ਕੁਐਸਚਨ ਹੈ ਬੁੱਧ ਅਤੇ ਸ਼ੁੱਕਰ ਗ੍ਰਹਿ ਵਿੱਚ ਪ੍ਰਮੁੱਖ ਸਮਾਨਤਾ ਹੈ। ਆਪਸ਼ਨ ਹੈ ਜੀ ਸਭ ਤੋਂ ਠੰਡੇ ਗ੍ਰਹਿ ਹਨ, ਬੀ ਹੈ ਜੀ ਸਭ ਤੋਂ ਗਰਮ, ਸੀ ਹੈ ਜੀ ਵਾਯੂਮੰਡਲ ਨਹੀਂ, ਡੀ ਹੈ ਜੀ ਉਪਗ੍ਰਹਿ ਨਹੀਂ ਹਨ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ, ਉਪਗ੍ਰਹਿ ਨਹੀਂ ਹਨ ਜੀ ਬੁੱਧ ਅਤੇ ਸ਼ੁੱਕਰ ਦੇ। ਸੋ ਸੂਰਜ ਦੇ ਸਭ ਤੋਂ ਨੇੜੇ ਹੈ ਜੀ ਬੁੱਧ, ਉਸ ਤੋਂ ਬਾਅਦ ਸ਼ੁੱਕਰ, ਔਰ ਉਸ ਤੋਂ ਬਾਅਦ ਸਾਡੀ ਧਰਤੀ ਹੈ। ਧਰਤੀ ਦਾ ਉਪਗ੍ਰਹਿ ਚੰਦਰਮਾ ਹੈ, ਪਰ ਇਹਨਾਂ ਦੀ ਵਿਸ਼ੇਸ਼ਤਾ ਸਮਾਨਤਾ ਇਹ ਹੈ ਦੋਨਾਂ ਦੇ ਵਿੱਚ ਕਿ ਦੋਨਾਂ ਦਾ ਉਪਗ੍ਰਹਿ ਕੋਈ ਨਹੀਂ ਹੈ ਜੀ। ਕੁਐਸਚਨ ਨੰਬਰ 2 ਹੈ ਜੀ, ਜਦੋਂ ਚੰਦਰਮਾ ਪ੍ਰਿਥਵੀ ਤੋਂ ਅਧਿਕਤਮ ਦੂਰੀ 'ਤੇ ਹੁੰਦਾ, ਯਾਨੀ ਕਿ ਸਭ ਤੋਂ ਦੂਰ ਹੁੰਦਾ ਤਾਂ ਉਦੋਂ ਆਉਂਦਾ ਹੈ। ਆਪਸ਼ਨ ਹੈ ਜੀ ਅਰਧ ਜਵਾਰ ਭਾਟਾ, ਬੀ ਹੈ ਪੂਰਨ ਜਵਾਰ ਭਾਟਾ, ਸੀ ਹੈ ਜੀ ਲਘੂ ਜਵਾਰ ਭਾਟਾ, ਡੀ ਹੈ ਜੀ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਲਘੂ ਜਵਾਰ ਭਾਟਾ ਜੀ। ਸੋ ਆਪਾਂ ਨੂੰ ਪਤਾ ਕਿ ਸਮੁੰਦਰ ਦਾ ਪਾਣੀ ਜਿਹੜਾ ਹੈ ਨਿਯਮ ਅਨੁਸਾਰ, ਨਿਯਮ ਅਨੁਸਾਰ ਜਿਹੜਾ ਹੈ ਹਰ ਰੋਜ਼ ਜਿਹੜਾ ਚੜ੍ਹਦਾ ਔਰ ਉਤਰਦਾ, ਜਿਸ ਨੂੰ ਜਿਹੜਾ ਹੈ ਜਵਾਰ ਭਾਟਾ ਕਿਹਾ ਜਾਂਦਾ। ਔਰ ਜਦੋਂ ਚੰਦਰਮਾ ਪ੍ਰਿਥਵੀ ਤੋਂ ਜ਼ਿਆਦਾ ਦੂਰੀ 'ਤੇ ਹੁੰਦਾ ਤਾਂ ਉਦੋਂ ਲਘੂ ਜਵਾਰ ਭਾਟਾ ਜਿਹੜਾ ਉਹ ਆਉਂਦਾ, ਯਾਨੀ ਕਿ ਛੋਟਾ ਜਵਾਰ ਭਾਟਾ ਜਿਹੜਾ ਉਹ ਆਉਂਦਾ ਜੀ। ਕੁਐਸਚਨ ਨੰਬਰ 3 ਹੈ ਜੀ, ਕਿਹੜੀ ਗੈਸ ਸਾਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ ਜੀ? ਆਪਸ਼ਨ ਹੈ ਜੀ ਨਾਈਟ੍ਰੋਜਨ, ਬੀ ਹੈ ਓਜ਼ੋਨ, ਸੀ ਹੈ ਜੀ ਹੀਲੀਅਮ, ਡੀ ਹੈ ਜੀ ਆਰਗਨ। ਸਹੀ ਆਨਸਰ ਹੈ ਜੀ ਆਪਸ਼ਨ ਬੀ ਓਜ਼ੋਨ, ਜਿਹਨੂੰ ਕਿ O3 ਕਹਿੰਦੇ ਨੇ, ਆਕਸੀਜਨ ਦਾ ਹੀ ਇੱਕ ਰੂਪ ਹੈ ਜੀ, ਜੋ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਜਿਹੜੀਆਂ ਪਰਾਬੈਂਗਨੀ ਕਿਰਨਾਂ ਨੇ ਉਹਨਾਂ ਤੋਂ ਬਚਾਉਂਦਾ ਹੈ, ਜਿਨ੍ਹਾਂ ਦੇ ਕਾਰਨ ਜਿਹੜਾ ਹੈ ਚਮੜੀ ਦਾ ਕੈਂਸਰ ਵਗੈਰਾ ਹੋ ਜਾਂਦਾ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 4, ਕੋਰਾ ਗੜੇ ਵਾਯੂਮੰਡਲ ਦੀ ਕਿਹੜੀ ਪਰਤ ਵਿੱਚ ਉਤਪੰਨ ਹੁੰਦੇ ਹਨ? ਆਪਸ਼ਨ ਹੈ ਜੀ ਅਸ਼ਾਂਤ ਮੰਡਲ, ਬੀ ਹੈ ਸਮਤਾਪ ਮੰਡਲ, ਸੀ ਹੈ ਜੀ ਮੱਧਵਰਤੀ ਮੰਡਲ, ਡੀ ਹੈ ਜੀ ਆਇਨ ਮੰਡਲ। ਸਹੀ ਆਨਸਰ ਹੈ ਜੀ ਆਪਸ਼ਨ ਏ, ਅਸ਼ਾਂਤ ਮੰਡਲ ਜਿਹੜਾ ਹੈ ਉਸ ਦੇ ਵਿੱਚ ਜਿਹੜੀਆਂ ਬੱਦਲਵਾਈ ਹੋ ਗਈ ਜਾਂ ਮੀਂਹ ਵਗੈਰਾ, ਝੱਖੜ, ਸਾਰਾ ਕੁਛ ਅਸ਼ਾਂਤ ਮੰਡਲ ਦੇ ਵਿੱਚ ਉਤਪੰਨ ਹੁੰਦਾ ਹੈ ਜੀ। ਕੁਐਸਚਨ ਨੰਬਰ ਅੱਗੇ 5 ਹੈ ਜੀ, ਕ੍ਰਿਸ਼ਨਾ ਗੋਦਾਵਰੀ ਦਾ ਡੈਲਟਾ ਖੇਤਰ ਡਿਗਬੋਈ ਦੇ ਬੰਬੇ ਹਾਈ ਵਿੱਚ ਕੀ ਸਮਾਨਤਾ ਹੈ? ਕ੍ਰਿਸ਼ਨਾ ਗੋਦਾਵਰੀ ਦਾ ਡੈਲਟਾ ਖੇਤਰ, ਡਿਗਬੋਈ ਅਤੇ ਬੰਬੇ ਹਾਈ। ਸੋ ਇਹਨਾਂ ਤਿੰਨਾਂ 'ਚ ਸਮਾਨਤਾ ਕੀ ਹੈ ਜੀ? ਆਪਸ਼ਨ ਏ ਹੈ ਜੀ, ਯਾਨੀ ਕਿ ਇੱਕੋ ਜਿਹਾ ਕੀ ਹੈ ਇਹਨਾਂ ਦੇ ਵਿੱਚ। ਆਪਸ਼ਨ ਏ ਹੈ ਜੀ ਸਦਾਬਹਾਰ ਜੰਗਲ, ਬੀ ਹੈ ਪਤਝੜੀ ਜੰਗਲ, ਸੀ ਹੈ ਜੀ ਪੈਟਰੋਲੀਅਮ ਉਤਪਾਦਕ ਖੇਤਰ, ਡੀ ਹੈ ਜੀ ਇੱਕੋ ਜਲਵਾਯੂ ਵਾਲੇ ਖੇਤਰ ਨੇ। ਸਹੀ ਆਨਸਰ ਹੈ ਜੀ ਆਪਸ਼ਨ ਸੀ ਜੀ, ਇੱਥੇ ਜਿਹੜਾ ਇਹਨਾਂ ਤਿੰਨਾਂ ਥਾਵਾਂ 'ਤੇ ਪੈਟਰੋਲੀਅਮ ਉਤਪਾਦਕ ਖੇਤਰ ਨੇ ਜੀ, ਔਰ ਪੈਟਰੋਲ ਜਿਹੜਾ
ਤੇਲ ਹੈ ਉਹ ਕੱਢਿਆ ਜਾਂਦਾ ਜੀ। ਕੁਐਸਚਨ ਨੰਬਰ 6 ਹੈ ਜੀ, ਚੰਦਰਮਾ ਦਾ ਪ੍ਰਕਾਸ਼ ਧਰਤੀ 'ਤੇ ਕਿੰਨੇ ਸਮੇਂ ਵਿੱਚ ਪਹੁੰਚਦਾ ਹੈ? ਆਪਸ਼ਨ ਏ ਹੈ ਜੀ 10.3 ਸੈਕਿੰਡ, ਬੀ ਹੈ ਜੀ 1.3 ਸੈਕਿੰਡ, ਸੀ ਹੈ ਜੀ 2 ਮਿੰਟ, ਡੀ ਹੈ ਜੀ 8.3 ਮਿੰਟ ਦੇ। ਸਹੀ ਆਨਸਰ ਹੈ ਜੀ ਆਪਸ਼ਨ ਬੀ 1.3 ਸੈਕਿੰਡ ਦੇ ਵਿੱਚ ਜਿਹੜਾ ਹੈ ਚੰਦਰਮਾ ਦਾ ਪ੍ਰਕਾਸ਼ ਹੈ ਉਹ ਧਰਤੀ 'ਤੇ ਪਹੁੰਚਦਾ। ਔਰ ਇੱਥੇ ਵੀ ਯਾਦ ਰੱਖਣਾ ਕਿ ਚੰਦਰਮਾ ਦਾ ਆਪਣਾ ਕੋਈ ਵੀ ਪ੍ਰਕਾਸ਼ ਨਹੀਂ ਹੈ, ਸੂਰਜ ਦੀ ਰੋਸ਼ਨੀ ਜਦੋਂ ਚੰਦਰਮਾ 'ਤੇ ਪੈਂਦੀ ਤਾਂ ਉਸ ਨੂੰ ਧਰਤੀ ਵੱਲ ਮੋੜਦਾ ਜੀ। ਕੁਐਸਚਨ ਨੰਬਰ ਗਿਆ ਜੀ 7, ਭਾਰਤ ਦਾ ਸਭ ਤੋਂ ਪੁਰਾਣਾ ਤੇਲ ਖੇਤਰ ਹੈ? ਆਪਸ਼ਨ ਹੈ ਜੀ ਡਿਗਬੋਈ, ਬੀ ਹੈ ਜੀ ਬੰਬੇ ਹਾਈ, ਸੀ ਹੈ ਜੀ ਨਵੇਲੀ, ਡੀ ਹੈ ਜੀ ਹਲਦੀਆ। ਸਹੀ ਆਨਸਰ ਹੈ ਜੀ ਆਪਸ਼ਨ ਏ, ਡਿਗਬੋਈ ਜਿਹੜਾ ਹੈ ਭਾਰਤ ਦਾ ਸਭ ਤੋਂ ਪੁਰਾਣਾ ਤੇਲ ਖੇਤਰ ਹੈ। ਕੁਐਸਚਨ ਨੰਬਰ 8 ਹੈ ਜੀ, ਧਰਤੀ 'ਤੇ ਵਾਯੂਮੰਡਲ ਬਣੇ ਰਹਿਣ ਪਿੱਛੇ ਕਾਰਨ ਹੈ? ਆਪਸ਼ਨ ਹੈ ਜੀ ਧਰਤੀ ਦੀ ਦੈਨਿਕ ਗਤੀ, ਬੀ ਹੈ ਜੀ ਧਰਤੀ ਦੀ ਵਾਰਸ਼ਿਕ ਗਤੀ, ਸੀ ਹੈ ਜੀ ਧਰਤੀ ਦੀ ਗੁਰਤਾ ਸ਼ਕਤੀ, ਡੀ ਹੈ ਜੀ ਵਾਯੂਮੰਡਲ ਦਾਬ। ਸਹੀ ਆਨਸਰ ਹੈ ਜੀ ਆਪਸ਼ਨ ਸੀ, ਧਰਤੀ ਦੀ ਜਿਹੜੀ ਗ੍ਰੈਵੀਟੇਸ਼ਨ ਪਾਵਰ ਹੈ ਉਹਦੇ ਕਾਰਨ ਵਾਯੂਮੰਡਲ ਜਿਹੜਾ ਬਣਿਆ ਹੋਇਆ ਹੈ ਧਰਤੀ 'ਤੇ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 9, ਆਕਾਸ਼ ਵਿੱਚ ਬੱਦਲਾਂ ਦੀ ਅਧਿਕਤਮ ਉਚਾਈ ਕਿੰਨੀ ਹੈ? ਯਾਨੀ ਵੱਧ ਤੋਂ ਵੱਧ ਬੱਦਲ ਕਿੰਨੀ ਉਚਾਈ ਤੱਕ ਹੁੰਦੇ ਨੇ? ਆਪਸ਼ਨ ਹੈ ਜੀ 10 ਕਿਲੋਮੀਟਰ, ਬੀ ਹੈ 18 ਕਿਲੋਮੀਟਰ, ਸੀ ਹੈ 14 ਕਿਲੋਮੀਟਰ, ਡੀ ਹੈ ਜੀ 8 ਕਿਲੋਮੀਟਰ। ਸਹੀ ਆਨਸਰ ਆਏਗਾ ਆਪਸ਼ਨ ਸੀ ਜੀ 14 ਕਿਲੋਮੀਟਰ। ਕੁਐਸਚਨ ਨੰਬਰ 10 ਹੈ ਜੀ, ਭਾਰਤ ਵਿੱਚ ਹਰੀ ਕ੍ਰਾਂਤੀ ਦਾ ਜਨਕ ਹੈ? ਆਪਸ਼ਨ ਹੈ ਜੀ ਡਾਕਟਰ ਐਮ ਐਸ ਸਵਾਮੀਨਾਥਨ, ਬੀ ਹੈ ਜੀ ਡੀ ਜੇ ਕੁਰੇਨ, ਸੀ ਹੈ ਜੀ ਡਾਕਟਰ ਏ ਪੀ ਮੇਹਨਾ, ਡੀ ਹੈ ਜੀ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਆਨਸਰ ਹੈ ਜੀ ਆਪਸ਼ਨ ਏ, ਡਾਕਟਰ ਸਵਾਮੀਨਾਥਨ ਨੂੰ ਜਿਹੜਾ ਹੈ ਭਾਰਤ ਦੇ ਵਿੱਚ ਹਰੀ ਕ੍ਰਾਂਤੀ ਦਾ ਜਿਹੜਾ ਜਨਕ ਹੈ ਉਹ ਮੰਨਿਆ ਜਾਂਦਾ। ਹਰੀ ਕ੍ਰਾਂਤੀ ਤੋਂ ਭਾਵ ਹੈ ਜਿਹੜਾ ਫਸਲਾਂ ਦੀ ਪੈਦਾਵਾਰ ਦੇ ਵਿੱਚ ਵਾਧਾ ਜੀ। ਚਿੱਟੀ ਕ੍ਰਾਂਤੀ ਦੁੱਧ ਦੇ ਪੈਦਾਵਾਰ ਦੇ ਵਿੱਚ ਵਾਧੇ ਨੂੰ ਕਿਹਾ ਜਾਂਦਾ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 11, ਅਬਰਕ ਦੇ ਉਤਪਾਦਨ ਵਿੱਚ ਭਾਰਤ ਸੰਸਾਰ ਵਿੱਚ ਕਿੰਨਵੇਂ ਸਥਾਨ 'ਤੇ ਹੈ? ਆਪਸ਼ਨ ਹੈ ਜੀ ਪਹਿਲੇ, ਬੀ ਹੈ ਦੂਜੇ, ਸੀ ਹੈ ਤੀਜੇ, ਡੀ ਹੈ ਜੀ 5ਵੇਂ ਸਥਾਨ 'ਤੇ। ਸਹੀ ਆਨਸਰ ਹੈ ਜੀ ਆਪਸ਼ਨ ਏ, ਅਬਰਕ ਦੇ ਉਤਪਾਦਨ ਵਿੱਚ ਭਾਰਤ ਪਹਿਲੇ ਸਥਾਨ 'ਤੇ ਹੈ ਵਿਸ਼ਵ ਦੇ ਵਿੱਚੋਂ ਜੀ। ਕੁਐਸਚਨ ਨੰਬਰ 12 ਜੀ ਬਹੁਤ ਇੰਪੋਰਟੈਂਟ ਹੈ, ਕਈ ਕੰਪੀਟੀਟਿਵ ਜਿਹੜੇ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਰਿਪੀਟਡ ਕੁਐਸਚਨ ਹੈ ਕਿ ਨੇਪਾ ਨਗਰ ਕਿਸ ਦੇ ਲਈ ਪ੍ਰਸਿੱਧ ਹੈ? ਆਪਸ਼ਨ ਹੈ ਜੀ ਸਟੀਲ ਉਦਯੋਗ, ਬੀ ਹੈ ਲੋਹਾ ਇਸਪਾਤ ਉਦਯੋਗ, ਸੀ ਹੈ ਜੀ ਚਾਂਦੀ ਦੀਆਂ ਖਾਣਾਂ, ਡੀ ਹੈ ਜੀ ਅਖਬਾਰੀ ਕਾਗਜ਼। ਸਹੀ ਆਨਸਰ ਹੈ ਜੀ ਆਪਸ਼ਨ ਡੀ, ਅਖਬਾਰੀ ਕਾਗਜ਼ ਦੇ ਲਈ ਨੇਪਾ ਨਗਰ ਜਿਹੜਾ ਹੈ ਪ੍ਰਸਿੱਧ ਹੈ ਜੀ। ਕੁਐਸਚਨ ਨੰਬਰ 13 ਜੀ, ਰੇਸ਼ੇਦਾਰ ਫਸਲ ਕਿਹੜੀ ਹੈ? ਇਹਨਾਂ ਦੇ ਵਿੱਚੋਂ ਆਪਸ਼ਨ ਹੈ ਜੀ ਕਣਕ, ਬੀ ਹੈ ਗੰਨਾ, ਸੀ ਹੈ ਲੋਹਾ ਇਸਪਾਤ, ਡੀ ਹੈ ਜੀ ਪਟਸਨ। ਸਹੀ ਆਨਸਰ ਆਏਗਾ ਆਪਸ਼ਨ ਡੀ ਜੀ ਪਟਸਨ ਜਿਹੜੀ ਹੈ ਰੇਸ਼ੇਦਾਰ ਫਸਲ ਹੈ। ਇਸ ਦੇ ਰੇਸ਼ੇ ਦੇ ਨਾਲ ਜਿਹੜਾ ਹੈ ਟਾਟ, ਬੋਰੀਆਂ ਆਦਿ ਜਿਹੜੇ ਨੇ ਬਣਾਏ ਜਾਂਦੇ ਨੇ ਜੀ। ਕੁਐਸਚਨ ਨੰਬਰ ਔਰ ਪਟਸਨ ਬੰਗਾਲ ਦੇ ਵਿੱਚ ਜ਼ਿਆਦਾ ਹੁੰਦੀ ਹੈ ਜੀ। ਕੁਐਸਚਨ ਨੰਬਰ 14 ਅੱਗੇ, ਸਰਦਾਰ ਸਰੋਵਰ ਪਰਿਯੋਜਨਾ ਦਾ ਨਿਰਮਾਣ ਕਿਹੜੀ ਨਦੀ 'ਤੇ ਕੀਤਾ ਗਿਆ? ਆਪਸ਼ਨ ਹੈ ਜੀ ਗੰਗਾ, ਬੀ ਹੈ ਨਰਮਦਾ, ਸੀ ਹੈ ਮਹਾਨਦੀ, ਡੀ ਹੈ ਜੀ ਤਾਪਤੀ। ਸਹੀ ਆਨਸਰ ਹੈ ਜੀ ਆਪਸ਼ਨ ਬੀ, ਨਰਮਦਾ ਨਦੀ 'ਤੇ ਸਥਿਤ ਹੈ ਜੀ ਸਰਦਾਰ ਸਰੋਵਰ ਪਰਿਯੋਜਨਾ ਜੀ। ਕੁਐਸਚਨ ਨੰਬਰ 15 ਜੀ, ਸੂਰਜ ਦਾ ਕੇਂਦਰੀ ਭਾਗ ਹੈ? ਆਪਸ਼ਨ ਏ ਜੀ ਸੀਮਾ, ਬੀ ਹੈ ਕੋਰ, ਸੀ ਹੈ ਸਿਆਲ, ਡੀ ਹੈ ਜੀ ਕੋਈ ਨਹੀਂ। ਆਨਸਰ ਆਏਗਾ ਜੀ ਆਪਸ਼ਨ ਬੀ, ਸੂਰਜ ਦੇ ਕੇਂਦਰੀ ਭਾਗ ਨੂੰ ਕੋਰ ਕਿਹਾ ਜਾਂਦਾ ਹੈ ਜੀ। ਕੁਐਸਚਨ ਨੰਬਰ 16 ਹੈ ਜੀ, ਸਮਾਨ ਖਾਰੇਪਣ ਵਾਲੇ ਸਥਾਨਾਂ ਨੂੰ ਮਿਲਾਉਣ ਵਾਲੀ ਰੇਖਾ ਹੈ? ਆਪਸ਼ਨ ਏ ਜੀ ਸਮਲਵਨ ਰੇਖਾ, ਬੀ ਹੈ ਜੀ ਸਮਤਾਪ ਰੇਖਾ, ਸੀ ਹੈ ਜੀ ਉਪਰੋਕਤ ਦੋਵੇਂ, ਡੀ ਹੈ ਜੀ ਕੋਈ ਨਹੀਂ। ਸਹੀ ਆਨਸਰ ਆਏਗਾ ਜੀ ਆਪਸ਼ਨ ਏ ਸਮਲਵਨ। ਸਮ ਦਾ ਮਤਲਬ ਹੁੰਦਾ ਸਮਾਨ, ਬਰਾਬਰ, ਸਮਲਵਨ ਲਵਨ ਦਾ ਮਤਲਬ ਆਪਾਂ ਖਾਰਾਪਣ ਜਾਂ ਲੂਣਾਪਣ ਕਹਿ ਸਕਦੇ ਹਾਂ। ਔਰ ਸਮਾਨ ਖਾਰੇਪਣ ਵਾਲੇ ਜਿਹੜੇ ਸਥਾਨ ਨੇ ਉਹਨਾਂ ਨੂੰ ਜਿਹੜੀ ਮਿਲਾਉਣ ਵਾਲੀ ਰੇਖਾ ਹੈ ਉਸ ਨੂੰ ਸਮਲਵਨ ਰੇਖਾ ਕਿਹਾ ਜਾਂਦਾ ਹੈ। ਕੁਐਸਚਨ ਨੰਬਰ 17 ਹੈ ਜੀ, ਜੈੱਟ ਹਵਾਈ ਜਹਾਜ਼ਾਂ ਲਈ ਸਭ ਤੋਂ ਉਪਯੋਗੀ ਮੰਡਲ ਕਿਹੜਾ ਹੈ? ਆਪਸ਼ਨ ਏ ਜੀ ਐਨ ਮੰਡਲ, ਬੀ ਹੈ ਸਮਤਾਪ ਮੰਡਲ, ਸੀ ਹੈ ਅਸ਼ਾਂਤ ਮੰਡਲ, ਡੀ ਹੈ ਜੀ ਮੱਧਵਰਤੀ ਮੰਡਲ। ਆਨਸਰ ਹੈ ਜੀ ਆਪਸ਼ਨ ਬੀ, ਸਮਤਾਪ ਮੰਡਲ ਜਿਹੜਾ ਹੈ ਜੈੱਟ ਹਵਾਈ ਜਹਾਜ਼ਾਂ ਲਈ ਸਭ ਤੋਂ ਉਪਯੋਗੀ। ਕੁਐਸਚਨ ਨੰਬਰ 18 ਜੀ, ਭਾਰਤ ਵਿੱਚ ਉਗਣ ਵਾਲੀ ਸਭ ਤੋਂ ਲੰਬੀ ਨਦੀ? ਆਪਸ਼ਨ ਹੈ ਜੀ ਗੋਦਾਵਰੀ, ਬੀ ਹੈ ਜੀ ਗੰਗਾ, ਸੀ ਹੈ ਸਿੰਧ, ਡੀ ਹੈ ਜੀ ਬ੍ਰਹਮਪੁੱਤਰ। ਸਹੀ ਆਨਸਰ ਆਏਗਾ ਆਪਸ਼ਨ ਬੀ ਜੀ, ਗੰਗਾ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ। ਜੇਕਰ ਵਿਸ਼ਵ ਦੀ ਪੁੱਛੀ ਜਾਏ, ਸੰਸਾਰ ਦੀ ਪੁੱਛੀ ਜਾਏ ਸਭ ਤੋਂ ਲੰਬੀ ਨਦੀ ਤਾਂ ਉਹ ਹੈ ਜੀ ਨੀਲ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 19, ਭਾਰਤ ਦਾ ਉੱਤਰੀ ਸਿਰਾ ਕਿਹੜਾ ਹੈ? ਆਪਸ਼ਨ ਹੈ ਜੀ ਕੁਲਾਬਾ, ਬੀ ਹੈ ਜੀ ਇੰਦਰਾ ਪੁਆਇੰਟ, ਸੀ ਹੈ ਇੰਦਰਾ ਕਾਲ, ਡੀ ਹੈ ਜੀ ਜਾਫਲਾ। ਸਹੀ ਆਨਸਰ ਆਏਗਾ ਜੀ ਆਪਸ਼ਨ ਸੀ ਜੀ ਇੰਦਰਾ ਕਾਲ ਜਿਹੜਾ ਹੈ ਕੰਨਿਆ ਕੁਮਾਰੀ ਦੇ ਵਿੱਚ ਭਾਰਤ ਦਾ ਉੱਤਰੀ ਸਿਰਾ ਹੈ ਜੀ। ਕੁਐਸਚਨ ਨੰਬਰ 20 ਹੈ ਜੀ, ਖੇਤਰਫਲ ਦੀ ਦ੍ਰਿਸ਼ਟੀ ਤੋਂ ਜਿਹੜਾ ਭਾਰਤ ਸੰਸਾਰ ਦਾ ਦੇਸ਼ ਹੈ? ਆਪਸ਼ਨ ਹੈ ਜੀ 5ਵਾਂ, ਬੀ ਹੈ ਜੀ 8ਵਾਂ, ਸੀ ਹੈ ਦੂਜਾ, ਡੀ ਹੈ ਜੀ 7ਵਾਂ। ਸਹੀ ਆਨਸਰ ਆਏਗਾ ਜੀ ਆਪਸ਼ਨ ਡੀ 7ਵਾਂ ਹੈ ਜੀ ਖੇਤਰਫਲ ਦੇ ਪੱਖੋਂ ਭਾਰਤ ਦਾ ਸਥਾਨ।
ਔਰ ਜੇਕਰ ਆਬਾਦੀ ਦੇ ਪੱਖੋਂ ਪੁੱਛਿਆ ਜਾਏ ਤਾਂ ਭਾਰਤ ਦਾ ਸਥਾਨ ਜਿਹੜਾ ਹੈ ਉਹ ਵਿਸ਼ਵ ਦੇ ਵਿੱਚ ਦੂਸਰਾ, ਪਹਿਲੇ ਨੰਬਰ 'ਤੇ ਚੀਨ ਹੈ ਜੀ। ਕੁਐਸਚਨ ਨੰਬਰ ਅੱਗੇ ਆਪਣੇ ਸਵਿਕਸ ਦੇ ਨੇ ਜੀ। ਫਸਟ ਕੁਐਸਚਨ ਹੈ, ਸੰਵਿਧਾਨ ਦੀ ਖਰੜਾ ਕਮੇਟੀ ਦਾ ਮੈਂਬਰ ਕੌਣ ਨਹੀਂ ਸੀ? ਆਪਸ਼ਨ ਹੈ ਜੀ ਗੋਪਾਲ ਸਵਾਮੀ ਅਈਅਰ, ਬੀ ਹੈ ਜੀ ਡੀਪੀ ਖੇਤਾਨ, ਸੀ ਹੈ ਐਨ ਮਾਧਵ ਰਾਓ ਤੇ ਕੇ ਮੁਨਸ਼ੀ, ਡੀ ਹੈ ਜੀ ਅਬਦੁਲ ਗਫਾਰ ਖਾਨ। ਸਹੀ ਆਨਸਰ ਹੈ ਜੀ ਆਪਸ਼ਨ ਡੀ ਜੀ। ਅਬਦੁਲ ਗਫਾਰ ਖਾਨ ਜਿਹੜਾ 7 ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ ਜੀ, ਜਿਸ ਨੂੰ ਡਰਾਫਟਿੰਗ ਕਮੇਟੀ ਜਾਂ ਖਰੜਾ ਕਮੇਟੀ ਕਿਹਾ ਜਾਂਦਾ, ਜਿਸ ਦੇ ਪ੍ਰਧਾਨ ਜਿਹੜੇ ਨੇ, ਚੇਅਰਮੈਨ ਜਿਹੜੇ ਨੇ, ਉਹ ਡਾਕਟਰ BR ਅੰਬੇਦਕਰ ਸਨ। ਇੱਥੇ ਇੱਕ ਬਹੁਤ ਵੱਡੀ ਕਨਫਿਊਜ਼ਨ ਹੋ ਜਾਂਦੀ ਹੈ ਜੀ। ਇੱਕ ਸੰਵਿਧਾਨ ਸਭਾ ਹੈ ਜਿਸ ਦੇ ਜਿਹੜੇ ਪ੍ਰਧਾਨ ਸੀ ਉਹ ਡਾਕਟਰ ਰਜਿੰਦਰ ਪ੍ਰਸਾਦ ਸੀ। ਫਿਰ ਉਸ ਸੰਵਿਧਾਨ ਸਭਾ ਦੇ ਵਿੱਚੋਂ ਅੱਗੇ ਇੱਕ ਕਮੇਟੀ ਬਣਾਈ ਗਈ ਜਿਸ ਨੂੰ ਡਰਾਫਟਿੰਗ ਕਮੇਟੀ ਕਿਹਾ ਜਾਂਦਾ ਹੈ, ਖਰੜਾ ਕਮੇਟੀ ਕਿਹਾ ਜਾਂਦਾ ਹੈ। ਉਸ ਖਰੜਾ ਕਮੇਟੀ ਦੇ ਪ੍ਰਧਾਨ ਸੀ ਡਾਕਟਰ BR ਅੰਬੇਦਕਰ। ਖਰੜਾ ਕਮੇਟੀ ਦੇ 7 ਮੈਂਬਰ ਸੀ ਜੀ, ਗੋਪਾਲ ਸਵਾਮੀ ਅਈਅਰ, DP ਖੇਤਾਨ, ਐਨ ਮਾਧਵ ਰਾਓ, ਕੇ ਮੁਨਸ਼ੀ, 4 ਇਹ ਹੋ ਗਏ ਜੀ। ਉਸ ਤੋਂ ਬਾਅਦ ਡਾਕਟਰ ਅੰਬੇਦਕਰ ਔਰ ਇਸ ਤੋਂ ਇਲਾਵਾ ਜਿਹੜਾ ਕ੍ਰਿਸ਼ਨਾ ਸਵਾਮੀ ਅਈਅਰ ਔਰ ਸੈਯਦ ਮੁਹੰਮਦ ਸਦੂਲਾ ਜੀ। ਸੋ 4 ਇਹ ਮੈਂਬਰ ਸੀ ਜੋ 7 ਮੈਂਬਰੀ ਕਮੇਟੀ ਦੇ, ਔਰ 3 ਇਹ ਮੈਂਬਰ ਸੀ। ਸੋ ਇੱਦਾਂ ਦੇ ਕੁਐਸਚਨ ਇਹਦੇ 'ਚੋਂ ਆ ਸਕਦੇ ਨੇ ਕਿ ਕਿਹੜਾ ਮੈਂਬਰ ਹੈ ਸੀ ਜਾਂ ਕਿਹੜਾ ਨਹੀਂ ਸੀ ਜੀ। ਕੁਐਸਚਨ ਨੰਬਰ 2 ਹੈ ਜੀ, ਭਾਰਤੀ ਸੰਵਿਧਾਨ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਹੜੇ ਦੇਸ਼ ਤੋਂ ਲਏ ਗਏ ਨੇ? ਆਪਸ਼ਨ ਹੈ ਜੀ ਆਇਰਲੈਂਡ, ਬੀ ਹੈ ਰੂਸ, ਸੀ ਹੈ ਕੈਨੇਡਾ, ਡੀ ਹੈ ਜੀ ਦੱਖਣੀ ਅਫਰੀਕਾ ਜੀ। ਸਹੀ ਆਨਸਰ ਹੈ ਜੀ ਆਪਸ਼ਨ ਏ, ਆਇਰਲੈਂਡ ਦੇ ਸੰਵਿਧਾਨ ਤੋਂ ਜਿਹੜੇ ਨੇ ਭਾਰਤੀ ਸੰਵਿਧਾਨ ਦੇ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਲਏ ਗਏ ਨੇ, ਜਿਨ੍ਹਾਂ ਦਾ ਜ਼ਿਕਰ ਜਿਹੜਾ ਹੈ ਅਨੁਛੇਦ 36 ਤੋਂ ਲੈ ਕੇ 51 ਦੇ ਵਿੱਚ ਹੈ ਭਾਰਤੀ ਸੰਵਿਧਾਨ ਦੇ ਵਿੱਚ। ਕੁਐਸਚਨ ਨੰਬਰ 3 ਹੈ ਜੀ, ਸੰਵਿਧਾਨ ਵਿੱਚ ਭਾਰਤੀ ਨਾਗਰਿਕਾਂ ਨੂੰ ਕਿੰਨੇ ਮੌਲਿਕ ਕਰਤੱਵ ਦਿੱਤੇ ਗਏ ਹਨ? ਆਪਸ਼ਨ ਹੈ ਜੀ 10, ਬੀ ਹੈ ਜੀ 11, ਸੀ ਹੈ 8, ਡੀ ਹੈ ਜੀ 7। ਸਹੀ ਆਨਸਰ ਹੈ ਜੀ ਆਪਸ਼ਨ ਬੀ 11 ਨੇ ਜੀ, ਜਿਨ੍ਹਾਂ ਦਾ ਜ਼ਿਕਰ ਜਿਹੜਾ ਹੈ 51A ਧਾਰਾ ਦੇ ਵਿੱਚ ਕੀਤਾ ਗਿਆ ਜੀ। ਕਿਵੇਂ ਜੋੜੇ ਗਏ, ਕਿਹੜੀ ਕਮੇਟੀ ਦੇ ਕਾਰਨ ਜੋੜੇ ਗਏ, ਸਾਰਾ ਕੁਝ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ, ਇਸ ਕਰਕੇ ਤੇਜ਼ ਚੱਲ ਰਿਹਾ ਜੀ। ਕੁਐਸਚਨ ਨੰਬਰ 4 ਹੈ ਜੀ, ਭਾਰਤੀ ਸੰਵਿਧਾਨ ਦੇ ਸਭ ਤੋਂ ਜ਼ਿਆਦਾ ਪ੍ਰਭਾਵ ਕਿਸ ਦਾ ਹੈ? ਆਪਸ਼ਨ ਹੈ ਜੀ ਭਾਰਤ ਸਰਕਾਰ ਅਧਿਨਿਯਮ 1935, ਬੀ ਹੈ ਇੰਗਲੈਂਡ ਦੇ ਸੰਵਿਧਾਨ ਦਾ, ਸੀ ਹੈ ਅਮਰੀਕਾ ਦੇ ਸੰਵਿਧਾਨ ਦਾ, ਡੀ ਹੈ ਜੀ ਜਰਮਨੀ ਦੇ ਸੰਵਿਧਾਨ ਦਾ। ਸਹੀ ਆਨਸਰ ਹੈ ਜੀ ਆਪਸ਼ਨ ਏ, 1935 ਦੇ ਐਕਟ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਕਿ ਧਾਰਾਵਾਂ ਜਿਹੜੀਆਂ ਨੇ ਭਾਰਤੀ ਸੰਵਿਧਾਨ ਦੇ ਵਿੱਚ ਲਈਆਂ ਗਈਆਂ ਨੇ, ਜਿਵੇਂ ਜਿਹੜੀਆਂ ਸੰਵਰਤੀ ਸੂਚੀ ਹੋ ਗਈ, ਰਾਹ ਸੂਚੀ ਹੋ ਗਈ, ਵਿਸ਼ਿਆਂ ਦੀ ਵੰਡ ਹੋ ਗਈ, ਜਾਂ ਹੋਰ ਬਹੁਤ ਸਾਰੇ ਜਿਹੜੇ ਧਾਰਾਵਾਂ ਨੇ ਉਹ 1935 ਦੇ ਐਕਟ ਦੇ ਵਿੱਚੋਂ ਲਈਆਂ ਗਈਆਂ ਨੇ। ਸੋ ਇਸ ਕਰਕੇ 1935 ਦੇ ਐਕਟ ਦਾ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਜੀ। ਕੁਐਸਚਨ ਨੰਬਰ 5 ਹੈ ਜੀ, ਸੰਸਦ ਦੇ ਕਿੰਨੇ ਅਧਿਵੇਸ਼ਨ ਹੁੰਦੇ ਹਨ? ਆਪਸ਼ਨ ਹੈ ਜੀ 3, ਬੀ ਹੈ ਜੀ 4, ਸੀ ਹੈ ਜੀ 2, ਆਪਸ਼ਨ ਡੀ ਹੈ ਜੀ 5। ਸਹੀ ਆਨਸਰ ਹੈ ਜੀ ਆਪਸ਼ਨ ਏ, 3 ਜਿਹੜੇ ਸਤਰ ਨੇ ਉਹ ਹੁੰਦੇ ਨੇ ਜੀ ਸੰਸਦ ਦੇ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 6, 42ਵੀਂ ਸੋਧ ਰਾਹੀਂ ਪ੍ਰਸਤਾਵਨਾ ਵਿੱਚ ਕਿਹੜੇ ਸ਼ਬਦ ਨੂੰ ਨਹੀਂ ਜੋੜਿਆ ਗਿਆ ਜੀ? ਆਪਸ਼ਨ ਹੈ ਜੀ ਗੁੱਟ ਨਿਰਪੱਖਤਾ, ਬੀ ਹੈ ਜੀ ਸਮਾਜਵਾਦੀ, ਸੀ ਹੈ ਧਰਮ ਨਿਰਪੱਖਤਾ, ਡੀ ਹੈ ਜੀ ਏਕਤਾ ਤੇ ਅਖੰਡਤਾ। ਸਹੀ ਆਨਸਰ ਹੈ ਜੀ ਆਪਸ਼ਨ ਏ, ਗੁੱਟ ਨਿਰਪੇਖਤਾ ਜਿਹੜਾ ਸ਼ਬਦ ਹੈ ਉਹ ਨਹੀਂ ਜੋੜਿਆ ਗਿਆ ਜੀ। ਕਈ ਵਾਰੀ ਕੁਐਸਚਨ ਇਹ ਆ ਜਾਂਦਾ ਕਿ ਜਿਹੜਾ ਹੈ ਸਮਾਜਵਾਦੀ, ਧਰਮ ਨਿਰਪੱਖ ਤੇ ਏਕਤਾ ਤੇ ਅਖੰਡਤਾ ਸ਼ਬਦ ਜਿਹੜੇ ਨੇ ਕਦੋਂ ਭਾਰਤੀ ਸੰਵਿਧਾਨ ਦੇ ਵਿੱਚ ਜੋੜੇ ਗਏ? ਤਾਂ 42ਵੀਂ ਸੋਧ ਰਾਹੀਂ ਜੋੜੇ ਗਏ ਜੀ। ਕਦੋਂ? 1976 ਈਸਵੀ ਦੇ ਵਿੱਚ 42ਵੀਂ ਸੋਧ ਹੋਈ ਸੀ ਜੀ। ਕੁਐਸਚਨ ਨੰਬਰ 7 ਹੈ ਜੀ, ਸੰਵਿਧਾਨ ਸਭਾ ਦਾ ਸੰਵਿਧਾਨਕ ਸਲਾਹਕਾਰ ਕੌਣ ਸੀ? ਆਪਸ਼ਨ ਹੈ ਜੀ ਡਾਕਟਰ BN ਰਾਓ, ਬੀ ਹੈ ਜੀ ਡਾਕਟਰ ਰਜਿੰਦਰ ਪ੍ਰਸਾਦ, ਸੀ ਹੈ ਮਹਾਤਮਾ ਗਾਂਧੀ, ਡੀ ਹੈ ਜੀ ਪੰਡਤ ਜਵਾਹਰ ਲਾਲ ਨਹਿਰੂ। ਸਹੀ ਆਨਸਰ ਹੈ ਜੀ ਆਪਸ਼ਨ ਏ, ਡਾਕਟਰ BN ਰਾਓ ਜਿਹੜੇ ਨੇ ਉਹ ਸੰਵਿਧਾਨਕ ਸਭਾ ਦੇ ਸੰਵਿਧਾਨਕ ਸਲਾਹਕਾਰ ਸਨ, ਸੰਵਿਧਾਨ ਸਭਾ ਦੇ ਜੀ। ਕੁਐਸਚਨ ਨੰਬਰ 8 ਹੈ ਜੀ, ਅਵਿਸ਼ਵਾਸ ਪ੍ਰਸਤਾਵ ਰਾਹੀਂ ਪ੍ਰਧਾਨ ਮੰਤਰੀ ਦਾ ਪਦ ਛੱਡਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਸਨ? ਆਪਸ਼ਨ ਹੈ ਜੀ ਵਿਸ਼ਵਨਾਥ ਪ੍ਰਤਾਪ, ਬੀ ਹੈ ਜੀ ਰਾਜੀਵ ਗਾਂਧੀ, ਸੀ ਹੈ ਜੀ ਇੰਦਰਾ ਗਾਂਧੀ, ਡੀ ਹੈ ਜੀ ਚਰਨ ਸਿੰਘ। ਸਹੀ ਆਨਸਰ ਹੈ ਜੀ ਆਪਸ਼ਨ ਏ, ਵਿਸ਼ਵਨਾਥ ਪ੍ਰਤਾਪ ਸਿੰਘ ਜੀ ਪਹਿਲੇ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਅਹੁਦਾ ਛੱਡਿਆ ਸੀ ਅਵਿਸ਼ਵਾਸ ਦੇ ਪ੍ਰਸਤਾਵ ਰਾਹੀਂ। ਕੁਐਸਚਨ ਨੰਬਰ ਅੱਗੇ 9 ਹੈ ਜੀ, ਕੇਂਦਰ ਅਤੇ ਰਾਜਾਂ ਵਿਚਕਾਰ ਵਿੱਤ ਦਾ ਬਟਵਾਰਾ ਕਿਸ ਦੀ ਸਿਫਾਰਿਸ਼ ਨਾਲ ਕੀਤਾ ਜਾਂਦਾ ਹੈ? ਧਨ ਦਾ ਬਟਵਾਰਾ ਜਿਹੜਾ ਕਿਵੇਂ ਕੀਤਾ ਜਾਂਦਾ? ਆਪਸ਼ਨ ਹੈ ਜੀ ਰਾਸ਼ਟਰਪਤੀ, ਬੀ ਹੈ ਵਿੱਤ ਆਯੋਗ, ਸੀ ਹੈ ਜੀ ਵਿੱਤ ਮੰਤਰਾਲਿਆ, ਡੀ ਹੈ ਜੀ ਭਾਰਤੀ ਰਿਜ਼ਰਵ ਬੈਂਕ। ਸਹੀ ਆਨਸਰ ਹੈ ਜੀ ਆਪਸ਼ਨ ਬੀ। ਸੋ ਵਿੱਤ ਆਯੋਗ ਜਿਹੜਾ ਹੈ ਉਸ ਦੇ ਸਿਫਾਰਿਸ਼ ਦੇ ਨਾਲ ਜਿਹੜਾ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਪੈਸੇ ਦਾ ਜਿਹੜਾ ਬਟਵਾਰਾ ਹੈ, ਵੰਡ ਹੈ, ਉਹ ਕੀਤੀ ਜਾਂਦੀ ਹੈ। ਕੁਐਸਚਨ ਨੰਬਰ 10 ਹੈ ਜੀ, ਸੰਵਿਧਾਨ ਸਭਾ ਦਾ ਪਹਿਲਾ ਅਧਿਵੇਸ਼ਨ ਕਿੱਥੇ ਹੋਇਆ? ਆਪਸ਼ਨ ਹੈ ਜੀ ਬੰਬਈ, ਬੀ ਹੈ ਕਲਕੱਤਾ, ਸੀ ਹੈ ਜੀ ਦਿੱਲੀ, ਡੀ ਹੈ ਜੀ ਲਾਹੌਰ। ਸਹੀ ਆਨਸਰ ਹੈ ਜੀ ਆਪਸ਼ਨ ਸੀ, ਦਿੱਲੀ ਦੇ ਵਿੱਚ ਪਹਿਲਾ ਅਧਿਵੇਸ਼ਨ ਹੋਇਆ ਸੀ ਜੀ
ਸੰਵਿਧਾਨ ਸਭਾ ਦਾ ਜੀ। ਕੁਐਸਚਨ ਨੰਬਰ ਅੱਗੇ ਹੈ ਜੀ 11। ਸੰਵਿਧਾਨ ਸਭਾ ਦੇ ਗਠਨ ਦੀ ਮੰਗ ਪਹਿਲੀ ਵਾਰ ਕਿਸ ਨੇ ਕੀਤੀ? ਆਪਸ਼ਨ ਹੈ ਜੀ ਡਾਕਟਰ ਬੀ ਆਰ ਅੰਬੇਦਕਰ, ਬੀ ਹੈ ਮਹਾਤਮਾ ਗਾਂਧੀ, ਸੀ ਹੈ ਪੰਡਿਤ ਜਵਾਹਰ ਲਾਲ ਨਹਿਰੂ, ਡੀ ਹੈ ਬਾਲ ਗੰਗਾਧਰ ਤਿਲਕ। ਸਹੀ ਆਨਸਰ ਹੈ ਜੀ ਆਪਸ਼ਨ ਡੀ, ਬਾਲ ਗੰਗਾਧਰ ਤਿਲਕ ਜੀ ਦੀ ਮੰਗ ਤੇ ਜਿਹੜਾ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ। ਕੁਐਸਚਨ ਨੰਬਰ 12 ਹੈ ਜੀ, ਭਾਰਤੀ ਸੰਵਿਧਾਨ ਭਾਰਤੀਆਂ ਦੀ ਇੱਛਾ ਅਨੁਸਾਰ ਹੋਵੇਗਾ। ਇਹ ਸ਼ਬਦ ਜਿਹੜੇ ਕਿਸ ਨੇ ਕਹੇ ਸੀ? ਆਪਸ਼ਨ ਏ ਹੈ ਜੀ ਡਾਕਟਰ ਬੀ ਆਰ ਅੰਬੇਦਕਰ, ਬੀ ਹੈ ਮਹਾਤਮਾ ਗਾਂਧੀ, ਸੀ ਹੈ ਪੰਡਿਤ ਜਵਾਹਰ ਲਾਲ ਨਹਿਰੂ, ਡੀ ਹੈ ਜੀ ਬਾਲ ਗੰਗਾਧਰ ਤਿਲਕ। ਸਹੀ ਆਨਸਰ ਹੈ ਜੀ ਆਪਸ਼ਨ ਬੀ, ਮਹਾਤਮਾ ਗਾਂਧੀ ਦੇ ਇਹ ਸ਼ਬਦ ਸਨ ਕਿ ਭਾਰਤਾਂ ਦਾ ਜਿਹੜਾ ਸੰਵਿਧਾਨ ਹੈ ਉਹ ਭਾਰਤੀਆਂ ਦੀ ਇੱਛਾ ਅਨੁਸਾਰ ਹੋਵੇਗਾ ਜੀ। ਕੁਐਸਚਨ ਨੰਬਰ 13 ਹੈ ਜੀ, ਭਾਰਤ ਦਾ ਸੰਵਿਧਾਨ ਸਭਾ ਭਾਰਤ ਕਿਸ ਦੇ ਸੁਝਾਵਾਂ 'ਤੇ ਜਿਹੜੀ ਗਠਿਤ ਕੀਤੀ ਗਈ ਸੀ ਜੀ? ਆਪਸ਼ਨ ਹੈ ਜੀ ਸਾਈਮਨ ਕਮਿਸ਼ਨ, ਬੀ ਹੈ ਮਾਊਂਟਬੈਟਨ ਯੋਜਨਾ, ਸੀ ਹੈ ਕ੍ਰਿਪਸ ਮਿਸ਼ਨ, ਡੀ ਹੈ ਜੀ ਕੈਬਨਿਟ ਮਿਸ਼ਨ ਯੋਜਨਾ। ਆਨਸਰ ਆਏਗਾ ਆਪਸ਼ਨ ਡੀ ਜੀ, ਕੈਬਨਿਟ ਮਿਸ਼ਨ ਯੋਜਨਾ ਦੇ ਸੁਝਾਵਾਂ 'ਤੇ ਜਿਹੜਾ ਹੈ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਸੀ। ਕੁਐਸਚਨ ਨੰਬਰ 24 ਹੈ ਜੀ, ਮੁੱਢਲੀ ਸੰਵਿਧਾਨ ਸਭਾ ਵਿੱਚ ਦੇਸੀ ਰਿਆਸਤਾਂ ਦੇ ਕਿੰਨੇ ਮੈਂਬਰ ਸਨ? ਆਪਸ਼ਨ ਹੈ ਜੀ 100, ਬੀ ਹੈ 85, ਸੀ ਹੈ ਜੀ 65, ਡੀ ਹੈ ਜੀ 93। ਸਹੀ ਆਨਸਰ ਹੈ ਜੀ ਆਪਸ਼ਨ ਡੀ, ਦੇਸੀ ਰਿਆਸਤਾਂ ਦੇ ਜਿਹੜੇ 93 ਮੈਂਬਰ ਸੀ ਮੁੱਢਲੇ ਸੰਵਿਧਾਨ ਦੇ ਵਿੱਚ। ਕੁਐਸਚਨ ਨੰਬਰ 15 ਹੈ ਜੀ, ਸੰਵਿਧਾਨ ਵਿੱਚ ਪ੍ਰਸਤਾਵਨਾ ਦਾ ਸੁਝਾਅ ਕਿਸ ਨੇ ਦਿੱਤਾ ਸੀ? ਆਪਸ਼ਨ ਹੈ ਜੀ ਪੰਡਿਤ ਜਵਾਹਰ ਲਾਲ ਨਹਿਰੂ, ਬੀ ਹੈ ਮਹਾਤਮਾ ਗਾਂਧੀ, ਸੀ ਹੈ ਜੀ ਡਾਕਟਰ ਬੀ ਆਰ ਅੰਬੇਦਕਰ, ਡੀ ਹੈ ਜੀ ਸਰਦਾਰ ਵੱਲਭ ਭਾਈ ਪਟੇਲ ਜੀ ਨੇ। ਸਹੀ ਆਨਸਰ ਆਏਗਾ ਜੀ ਆਪਸ਼ਨ ਏ, ਪੰਡਿਤ ਜਵਾਹਰ ਲਾਲ ਨਹਿਰੂ ਦਾ ਜਿਹੜਾ ਸੁਝਾਅ ਸੀ ਕਿ ਸੰਵਿਧਾਨ ਦੀ ਪ੍ਰਸਤਾਵਨਾ ਹੋਣੀ ਚਾਹੀਦੀ ਹੈ। ਕੁਐਸਚਨ ਨੰਬਰ 16 ਹੈ ਜੀ, ਮੁਸਲਿਮ ਸਮੁਦਾਇ ਲਈ ਸਭ ਤੋਂ ਪਹਿਲਾਂ ਅਲੱਗ ਚੋਣ ਮੰਡਲ ਦਾ ਗਠਨ ਕਦੋਂ ਕੀਤਾ ਗਿਆ? ਆਪਸ਼ਨ 1909, ਬੀ ਹੈ 1919, ਸੀ ਹੈ 1935, ਡੀ ਹੈ ਜੀ 1924। ਸਹੀ ਆਨਸਰ ਹੈ ਜੀ ਆਪਸ਼ਨ ਏ, 1919 ਈਸਵੀ ਦੇ 9 ਦੇ ਵਿੱਚ ਜਿਹੜਾ ਹੈ ਮੁਸਲਿਮ ਸਮੁਦਾਇ ਹੈ ਉਸ ਦੇ ਲਈ ਇੱਕ ਅਲੱਗ ਚੋਣ ਮੰਡਲ ਦਾ ਗਠਨ ਕੀਤਾ ਗਿਆ ਸੀ। ਕੁਐਸਚਨ ਨੰਬਰ 17 ਹੈ ਜੀ, ਭਾਰਤ ਦੇਸ਼ ਦੀ ਸਰਵਉੱਚ ਸ਼ਕਤੀ ਕਿਹੜੀ ਹੈ ਜੀ? ਆਪਸ਼ਨ ਹੈ ਜੀ ਰਾਸ਼ਟਰਪਤੀ, ਬੀ ਹੈ ਜੀ ਸੰਸਦ, ਸੀ ਹੈ ਸੰਵਿਧਾਨ, ਡੀ ਹੈ ਜੀ ਪ੍ਰਧਾਨ ਮੰਤਰੀ। ਸਹੀ ਆਨਸਰ ਹੈ ਜੀ ਆਪਸ਼ਨ ਸੀ। ਸੋ ਸੰਵਿਧਾਨ ਤੋਂ ਉੱਪਰ ਜਿਹੜਾ ਹੈ ਕੁਝ ਵੀ ਨਹੀਂ ਹੈ। ਸੋ ਸਭ ਤੋਂ ਜਿਹੜੀ ਸਰਵਉੱਚ ਸ਼ਕਤੀ ਹੈ ਉਹ ਸੰਵਿਧਾਨ ਹੈ। ਕੁਐਸਚਨ ਨੰਬਰ 18 ਹੈ ਜੀ, ਕਿਹੜੇ ਦੇਸ਼ ਦੇ ਸੰਵਿਧਾਨ ਨੂੰ ਉਧਾਰ ਦਾ ਥੈਲਾ ਜਾਂ ਵਕੀਲਾਂ ਦਾ ਸਵਰਗ ਕਿਹਾ ਜਾਂਦਾ? ਆਪਸ਼ਨ ਹੈ ਜੀ ਭਾਰਤ, ਬੀ ਅਮਰੀਕਾ, ਸੀ ਕੈਨੇਡਾ, ਡੀ ਹੈ ਜੀ ਚੀਨ। ਆਨਸਰ ਸਹੀ ਹੈ ਜੀ ਆਪਸ਼ਨ ਏ। ਸੋ ਵੱਖ-ਵੱਖ ਪਤਾ ਆਪਾਂ ਨੂੰ ਕਿ ਦੇਸ਼ਾਂ ਤੋਂ ਜਿਹੜਾ ਹੈ ਸੰਵਿਧਾਨ ਦੇ ਜਿਹੜੇ ਲੈ ਗਏ ਨੇ ਜੀ ਚੰਗੀਆਂ ਗੱਲਾਂ, ਜਿਵੇਂ ਅਲੱਗ-ਅਲੱਗ ਸੰਵਿਧਾਨਾਂ ਤੋਂ। ਸੋ ਅੱਜ ਜਿਵੇਂ ਮੌਲਿਕ ਅਧਿਕਾਰ ਨੇ ਅਮਰੀਕਾ ਤੋਂ ਲੈ ਗਏ ਨੇ, ਸੰਸਦੀ ਸ਼ਾਸਨ ਪ੍ਰਣਾਲੀ ਇੰਗਲੈਂਡ ਤੋਂ ਲਈ ਗਈ ਹੈ। ਸੋ ਵੱਖ-ਵੱਖ ਥਾਵਾਂ ਤੋਂ ਚੰਗੀਆਂ ਗੱਲਾਂ ਲੈ ਕੇ ਸੰਵਿਧਾਨ ਬਣਾਇਆ ਗਿਆ। ਸੋ ਇਸੇ ਕਰਕੇ ਇਸ ਨੂੰ ਜਿਹੜਾ ਹੈ ਉਧਾਰ ਦਾ ਥੈਲਾ ਜਾਂ ਵਕੀਲਾਂ ਦਾ ਜਿਹੜਾ ਸਵਰਗ ਹੈ ਉਹ ਕਿਹਾ ਜਾਂਦਾ। ਕੁਐਸਚਨ ਨੰਬਰ 19 ਹੈ ਜੀ, ਭਾਰਤੀ ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਪ੍ਰਾਪਤ ਮੌਲਿਕ ਅਧਿਕਾਰਾਂ ਨੂੰ ਕਦੋਂ ਰੱਦ ਕੀਤਾ ਜਾ ਸਕਦਾ? ਆਪਸ਼ਨ ਹੈ ਜੀ ਆਮ ਚੋਣਾਂ ਦੌਰਾਨ, ਬੀ ਹੈ ਜੀ ਰਾਸ਼ਟਰੀ ਸੰਕਟਕਾਲੀਨ ਅਵਸਥਾ, ਸੀ ਹੈ ਜੀ ਸਾਰੇ ਪ੍ਰਕਾਰ ਦੀ ਸੰਕਟਕਾਲੀਨ ਅਵਸਥਾ, ਡੀ ਹੈ ਜੀ ਕਦੇ ਵੀ ਰੱਦ ਨਹੀਂ ਕਰ ਸਕਦੇ। ਆਨਸਰ ਆਏਗਾ ਆਪਸ਼ਨ ਬੀ ਜੀ, ਜੇਕਰ ਰਾਸ਼ਟਰੀ ਸੰਕਟ ਹੁੰਦਾ ਹੈ ਤਾਂ ਜਿਹੜੇ ਮੌਲਿਕ ਅਧਿਕਾਰ ਆਪਾਂ ਨੂੰ ਪ੍ਰਾਪਤ ਨੇ ਉਹਨਾਂ ਨੂੰ ਰੱਦ ਕੀਤਾ ਜਾ ਸਕਦਾ। ਕੁਐਸਚਨ ਨੰਬਰ 20 ਹੈ ਜੀ, ਅੰਤਰਿਮ ਸਰਕਾਰ ਦੀ ਸਥਾਪਨਾ ਦਾ ਅਧਿਕਾਰ ਦਿੱਤਾ ਗਿਆ? ਆਪਸ਼ਨ ਹੈ ਜੀ ਲਾਰਡ ਮਾਊਂਟਬੈਟਨ, ਬੀ ਹੈ ਸਾਈਮਨ ਕਮਿਸ਼ਨ, ਸੀ ਹੈ ਕੈਬਨਿਟ ਮਿਸ਼ਨ, ਡੀ ਹੈ ਜੀ ਕ੍ਰਿਪਸ ਮਿਸ਼ਨ। ਸਹੀ ਆਨਸਰ ਹੈ ਜੀ ਆਪਸ਼ਨ ਸੀ, ਕੈਬਨਿਟ ਮਿਸ਼ਨ ਨੇ ਜਿਹੜਾ ਹੈ ਅੰਤਰਿਮ ਸਰਕਾਰ ਦੀ ਸਥਾਪਨਾ ਦਾ ਅਧਿਕਾਰ ਦਿੱਤਾ ਸੀ ਜੀ। ਸੋ ਇਹ ਸੀ ਜੀ ਅੱਜ ਦੇ ਆਪਣੇ 60 MCQ ਸੀ ਜੀ, ਸਾਰੇ ਇੰਪੋਰਟੈਂਟ ਨੇ ਔਰ ਨਾਲ ਆਪਾਂ ਹੋਰ ਵੀ ਕੁਐਸਚਨ ਡਿਸਕਸ ਕਰਦੇ ਹਾਂ। ਤਾਂ ਹਰ ਵੀਡੀਓ ਦੇ ਵਿੱਚ ਜਿਹੜਾ ਜੇਕਰ 60 ਦੀ ਵੀਡੀਓ ਤਾਂ ਮੰਨ ਕੇ ਚਲੋ 100+ ਜਿਹੜੇ ਕੁਐਸਚਨ ਨੇ ਉਹ ਹੋ ਜਾਂਦੇ ਨੇ, ਜਿਸ ਦੇ ਨਾਲ ਆਪਣੀ ਲਗਭਗ ਸਾਰੇ ਟੌਪਿਕਸ ਦੀ ਇੱਕ ਵਾਰੀ ਰਿਵੀਜ਼ਨ ਆਪਣੇ ਦਿਮਾਗ ਦੇ ਵਿੱਚੋਂ ਬਾਰ-ਬਾਰ ਜਦੋਂ ਚੀਜ਼ਾਂ ਨਿਕਲਦੀਆਂ ਨੇ ਤਾਂ ਆਟੋਮੈਟਿਕ ਜਿਹੜਾ ਉਹ ਯਾਦ ਹੋ ਜਾਂਦੇ ਨੇ। ਸੋ ਯਾਦ ਰੱਖਿਓ ਕਿ ਜਿੰਨੀ ਪ੍ਰੈਕਟਿਸ ਕਰੋਗੇ, ਜਿੰਨੀ ਵੀ ਹੋ ਸਕੇ, ਬਹੁਤ ਸਾਰੇ ਪ੍ਰੈਕਟਿਸ ਸੈੱਟ ਅਪਲੋਡ ਨੇ, ਜਿੰਨੀ ਪ੍ਰੈਕਟਿਸ ਕਰ ਸਕਦੇ ਹੋ। ਪ੍ਰੈਕਟਿਸ ਕਰਦੇ ਕਰਦੇ ਤੁਹਾਨੂੰ ਇੱਕ ਦਿਨ ਇਹ ਮਹਿਸੂਸ ਹੋਏਗਾ ਕਿ ਇਹ ਵੀ ਕੁਐਸਚਨ ਮੈਂ ਕੀਤਾ ਹੋਇਆ, ਇਹ ਵੀ ਕੀਤਾ ਹੋਇਆ, ਇਹ ਵੀ ਕੀਤਾ ਹੈ, ਔਰ ਉਹਦੇ ਆਨਸਰ ਬਿਨਾਂ ਯਾਦ ਕੀਤੇ ਹੋਏ ਤੁਹਾਨੂੰ 4 ਆਪਸ਼ਨਾਂ 'ਚੋਂ ਆਪਣੇ ਆਪ ਮਿਲਣ ਲੱਗ ਜਾਣਗੇ। ਸੋ ਪ੍ਰੈਕਟਿਸ ਕਰਦੇ ਰਹੋ, ਅੱਛੀ ਤਿਆਰੀ ਜਿਹੜੀ ਆਟੋਮੈਟਿਕ ਹੁੰਦੀ ਰਹੇਗੀ। ਯਾਦ ਕਰਿਆ ਚੀਜ਼ਾਂ ਯਾਦ ਨਹੀਂ ਹੁੰਦੀਆਂ, ਜਿੰਨੀ ਪ੍ਰੈਕਟਿਸ ਕਰਾਂਗੇ, ਪ੍ਰੈਕਟਿਸ ਨਾਲ ਚੀਜ਼ਾਂ ਜਿਹੜੀਆਂ ਆਟੋਮੈਟਿਕ ਆਪਣੇ ਮਾਈਂਡ ਦੇ ਵਿੱਚ ਬੈਠ ਜਾਂਦੀਆਂ ਨੇ। ਸੋ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ।